ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਅਤੇ ਨਵਾਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਗੁਰਸਿੱਖਾਂ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜਿੰਨਾ ਵੀ ਉਪਦੇਸ਼ ਹੈ ਸਾਡੇ ਮਨ ਨੂੰ ਦਿੱਤਾ ਜਾਂਦਾ। ਹੁਣ ਆਪਾਂ ਕਰੋੜਾਂ ਜਨਮਾਂ ਦੇ ਵਿੱਚੋਂ ਹੁੰਦੇ ਹੋਏ, ਜੂਨਾਂ ਦੇ ਵਿੱਚ ਦੀ ਹੁੰਦੇ ਹੁੰਦੇ, ਭਰਮ ਦੇ ਵਿੱਚ ਭਟਕਦੇ ਭਟਕਦੇ, ਜਦੋਂ ਫਿਰ ਸਾਡੇ ਵੱਡੇ ਭਾਗ ਹੁੰਦੇ, ਫਿਰ ਸਾਨੂੰ ਇਹ ਸਾਧ ਸੰਗਤ ਮਿਲਦੀ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕੋਟ ਜਨਮ ਭਰਮ 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 ਆਇਓ, ਵੱਡੇ ਭਾਗ ਸਾਧ ਸੰਗ ਪਾਇਓ। ਬਈ ਅਸੀਂ ਕਰੋੜਾਂ ਜਨਮਾਂ ਦੇ ਵਿੱਚ ਭਰਮ ਦੇ
ਅੱਗੇ ਦੀ ਅੱਗੇ ਜੂਨਾਂ ਦੇ ਵਿੱਚ ਤੁਰੇ ਆ ਰਹੇ ਹਾਂ, ਜਨਮ ਦਰ ਜਨਮ। ਵਿੱਚ ਦੀ ਕਿਤੇ ਮਾਨਸ ਜਾਮਾ ਵੀ ਮਿਲਦਾ। ਜੇ ਮਾਨਸ ਜਾਮੇ 'ਚ ਸਾਨੂੰ ਸਾਧ ਸੰਗਤ ਨਾ ਮਿਲੇ, ਅਸੀਂ ਵਾਪਸ ਫਿਰ ਜੂਨਾਂ 'ਚ ਮੁੜ ਜਾਂਦੇ, ਕਿਉਂਕਿ ਅਸੀਂ ਇੱਥੇ ਆ ਕੇ ਕਰਮ ਦੇ ਨਾਲ ਜੁੜ ਜਾਂਦੇ ਹਾਂ ਅਤੇ ਆਪਦੇ ਜੀਵਨ ਦਾ ਲਾਹਾ ਨਹੀਂ ਖੱਟਦੇ ਅਤੇ ਵਾਪਸ ਫਿਰ ਆਕਾਰਾਂ ਦੇ ਵਿੱਚ ਚਲੇ ਜਾਂਦੇ, ਫਿਰ ਜੂਨਾਂ 'ਚ ਮੁੜ ਜਾਂਦੇ। ਹੁਣ ਮਹਾਰਾਜ ਦੱਸਦੇ ਆਪਾਂ ਨੂੰ ਬਈ ਇਹ 84 ਲੱਖ ਜੂਨ ਤੋਂ ਉੱਤਮ ਆਪਾਂ ਨੂੰ ਮਾਨਸ ਜਾਮਾ ਵੀ ਮਿਲ ਗਿਆ ਅਤੇ ਮਾਲਕ ਦੀ ਕਿਰਪਾ ਹੋਈ ਵੀ ਆਪਾਂ ਨੂੰ ਸਾਧ ਸੰਗਤ ਵੀ ਮਿਲ ਗਈ। ਹੁਣ ਆਪਾਂ ਨੂੰ ਕਹਿੰਦੇ ਵੀ ਤੁਸੀਂ ਆਪਦੇ ਜੀਵਨ ਦਾ ਲਾਹਾ ਕੱਟ ਲਓ। ਹੁਣ ਦੇਖਿਓ ਵਾਪਸ ਫੇਰ ਨਾ ਮੁੜ ਜਿਓ, ਕਿਉਂਕਿ ਇਹ ਜਿਹੜਾ ਸਫ਼ਰ ਹੈ ਬਹੁਤ ਲੰਮਾ। ਜੇ ਅਸੀਂ ਹੁਣ ਇਹ 84 ਲੱਖ ਜੂਨ ਇਹ ਪੌੜੀ, ਇੱਕ ਇੱਕ ਪੌੜੀ ਦਾ ਟੰਬਾ ਚੜ੍ਹਦੇ ਚੜ੍ਹਦੇ ਹੁਣ ਆਪਾਂ ਸਭ ਤੋਂ ਸਿਖਰ 'ਤੇ ਆ ਗਏ, ਉੱਪਰਲੇ 'ਤੇ। ਜੇ ਹੁਣ ਆਪਾਂ ਮਾਲਕ ਨਾਲ ਮਿਲਾਪ ਨਾ ਕੀਤਾ, ਸਿੱਧਾ ਹੀ ਉੱਤੋਂ ਫਿਰ ਥੱਲੇ ਡਿੱਗਾ। ਜੇ ਥੱਲੇ ਡਿੱਗੇ ਤਾਂ ਦੇਖ ਲਓ ਵੀ 84 ਲੱਖ ਜੂਨ ਦਾ ਚੱਕਰ ਐਸਾ ਹੈ, ਕਈ ਯੁੱਗ ਲੱਗ ਜਾਂਦੇ ਇਹ ਮਾਨਸ ਜਾਮੇ ਤੱਕ ਪਹੁੰਚਣ ਵਾਸਤੇ। ਮਹਾਰਾਜ ਇਸ ਲਈ ਫਰਮਾਉਂਦੇ 184 ਜੂਨ ਸਵਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ 'ਤੇ ਜੋ ਨਰ ਚੁੱਕੇ, ਆਏ ਜਾਏ ਦੁੱਖ ਪਾਏਂਦਾ। ਮਹਾਰਾਜ ਕਹਿੰਦੇ ਵੀ ਇਹ 84 ਲੱਖ ਜੂਨ ਜਿਹੜੀ ਮਾਲਕ ਨੇ ਪੈਦਾ ਕੀਤੀ, ਸਭ ਤੋਂ ਉੱਤਮ ਹੈ ਇਹ ਮਾਨਸ ਦੇਹੀ, ਮਾਨਸ ਜਾਮਾ। ਇਹਦੇ ਵਿੱਚ ਹੁਣ ਆਪਾਂ ਨੂੰ ਵਾਰੀ ਦਿੱਤੀ ਜਾਂਦੀ ਬਈ ਹੁਣ ਅਸੀਂ ਪਹਿਚਾਣ ਕਰ ਲਈਏ ਆਪਦੇ ਆਪੇ ਦੀ ਵੀ ਅਸੀਂ ਕੌਣ। ਹੁਣ ਅਸੀਂ ਪਹਿਚਾਣ ਕਰ ਲਈਏ ਆਪਦੇ ਮੂਲ ਦੀ, ਆਪਣੇ ਮਾਤਾ ਪਿਤਾ ਦੀ, ਵੀ ਸਾਨੂੰ ਕਿਹਨੇ ਸੰਸਾਰ 'ਚ ਭੇਜਿਆ, ਸਾਡਾ ਸਿਰਜਣਹਾਰ ਕੌਣ ਹੈ। ਹੁਣ ਇਹ ਆਪਾਂ ਨੂੰ ਮੌਕਾ, ਹੋਣੀ ਵਾਰੀ, ਹੋਰ ਕਿਸੇ ਆਕਾਰ, ਹੋਰ ਕਿਸੇ ਜੂਨਾਂ ਦੇ ਵਿੱਚ ਇਹ ਮੌਕਾ, ਇਹ ਵਾਰੀ ਨਹੀਂ ਦਿੱਤੀ ਜਾਂਦੀ। ਤਾਂਹੀਓ ਆਪਾਂ ਨੂੰ ਰੋਜ਼ ਸਤਿਗੁਰੂ ਫਰਮਾਉਂਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਆ। ਬਈ ਹੋਣੀ ਵਾਰੀ ਗੋਬਿੰਦ ਨੂੰ, ਵਾਹਿਗੁਰੂ ਨੂੰ ਮਿਲਣ ਦੀ ਸਾਨੂੰ ਮਿਲੀ ਹੈ। ਹੁਣ ਇਹਦੇ ਵਿੱਚ ਅਸੀਂ ਪਹਿਚਾਣ ਕਰਨੀ ਆਪਣੇ ਆਪੇ ਦੀ ਵੀ ਅਸੀਂ ਕੌਣ, ਕਿੱਥੋਂ ਆਏ ਹਾਂ, ਕਿੰਨਾ ਕੁ ਸਮਾਂ ਸਾਡੇ ਕੋਲ ਹੈਗਾ, ਅਸੀਂ ਕਿੰਨਾ ਕੁ ਸਮਾਂ ਇੱਥੇ ਰਵਾਂਗੇ। ਜਦੋਂ ਅਸੀਂ ਇਹ ਦੇਹ ਨੂੰ ਛੱਡਾਂਗੇ ਫਿਰ ਅਸੀਂ ਅੱਗੇ ਜਾਵਾਂਗੇ ਕਿੱਥੇ। ਇਹ ਜਦੋਂ ਫਿਰ ਆਪਾਂ ਗੁਰੂ ਘਰ ਆਉਂਦੇ ਹਾਂ ਨਾ, ਜਿਵੇਂ ਜੀਵ ਆਉਂਦੇ ਗੁਰਦੁਆਰਾ ਸਾਹਿਬ ਆ ਕੇ ਅਸੀਂ ਸਤਿਗੁਰਾਂ ਨੂੰ ਨਮਸਕਾਰ ਕਰਦੇ ਹਾਂ, ਅਤੇ ਜਦੋਂ ਵਾਪਸ ਮੁੜਦੇ ਫਿਰ ਸਤਿਗੁਰੂ ਸਾਨੂੰ ਆਵਾਜ਼ ਦਿੰਦੇ ਬਈ ਜੇ ਤੁਸੀਂ ਇੱਥੇ ਆਈ ਹੋ ਅਤੇ ਹੁਣ ਸਾਡੀ ਗੱਲ ਵੀ ਸੁਣ ਲਓ, ਸਾਡਾ ਬਚਨ ਵੀ ਸੁਣ ਲਓ। ਮਹਾਰਾਜ ਸਾਨੂੰ ਫਿਰ ਪੁੱਛਦੇ ਵੀ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਕਿੰਨੀ ਕੁ ਮੁੱਦਤ ਤੁਹਾਡੇ ਕੋਲ, ਕਿੰਨਾ ਕੁ ਸਮਾਂ ਹੈ। ਜਦੋਂ ਇਹ ਮੁੱਦਤ ਸਮਾਂ ਖਤਮ ਹੋਇਆ ਤੁਸੀਂ ਅੱਗੇ ਜਾਓਗੇ ਕਿੱਥੇ, ਕੀ ਤੁਹਾਨੂੰ ਇਹ ਚੀਜ਼ ਦਾ ਗਿਆਨ ਹੈ, ਕੀ ਤੁਹਾਨੂੰ ਇਹ ਭੇਤ ਹੈ। ਮਹਾਰਾਜ ਕਹਿੰਦੇ ਉਹ ਸਾਨੂੰ ਫਿਰ ਪੁੱਛਦੇ, ਕੀ ਪੁੱਛਦੇ। ਮਹਾਰਾਜ ਫਰਮਾਉਂਦੇ ਸੁਨ ਰੇ ਤੂੰ ਕੌਣ ਕਹਾਂ ਤੇ ਆਇਓ, ਏਤੀ ਨਾ ਜਾਨੋ ਕਿਹਦੀ ਕ ਮੁੱਦਤ ਚਲਤੇ ਖਬਰ ਨਾ ਪਾਇਓ। ਮਹਾਰਾਜ ਕਹਿੰਦੇ ਵੀ ਤੁਹਾਨੂੰ ਪਤਾ ਵੀ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਕਿੰਨਾ ਕੁ ਸਮਾਂ ਇੱਥੇ ਰਹੋਗੇ ਅਤੇ ਗਾ ਜਾਓਗੇ ਕਿੱਥੇ। ਹੁਣ ਇਹ ਆਪਾਂ ਵਿਚਾਰਨਾ, ਸਤਿਗੁਰਾਂ ਨੇ ਆਪਾਂ ਤੋਂ ਪੁੱਛਿਆ, ਸਵਾਲ ਪੁੱਛੇ ਵੀ ਤੁਸੀਂ ਹੁਣ ਇਹ ਦੱਸੋ ਸਾਨੂੰ ਵੀ ਤੁਹਾਨੂੰ ਪਤਾ ਤੁਸੀਂ ਕੌਣ ਹੋ।
ਹੁਣ ਆਪਾਂ ਜਦੋਂ ਵਿਚਾਰਦੇ ਵੀ ਸਾਨੂੰ ਤਾਂ ਪਤਾ ਨਹੀਂ ਅਸੀਂ ਕੌਣ ਹਾਂ ਜੀ। ਫਿਰ ਉਹ ਕਹਿੰਦੇ ਵੀ ਤੁਸੀਂ ਕਿੱਥੋਂ ਆਏ ਹੋ? ਅਸੀਂ ਕਿ ਸਾਨੂੰ ਇਹ ਵੀ ਨਹੀਂ ਪਤਾ ਵੀ ਅਸੀਂ ਕਿੱਥੋਂ ਆ ਗਏ। ਫਿਰ ਉਹ ਕਹਿੰਦੇ ਵੀ ਤੁਹਾਨੂੰ ਪਤਾ ਤੁਸੀਂ ਕਿੰਨਾ ਕੁ ਸਮਾਂ ਇੱਥੇ ਰਹੋਗੇ ਇਸ ਸਰੀਰ ਦੇ ਵਿੱਚ? ਹੁਣ ਆਪਾਂ ਜਦੋਂ ਵਿਚਾਰਦੇ ਹਾਂ ਵੀ ਸਾਨੂੰ ਤਾਂ ਇਹ ਵੀ ਨਹੀਂ ਪਤਾ ਸਾਡਾ ਸਮਾਂ ਕਦੋਂ ਖਤਮ ਹੋ ਜਾਣਾ। ਫਿਰ ਉਹ ਕਹਿੰਦੇ ਵੀ ਜਦੋਂ ਤੁਹਾਡਾ ਸਮਾਂ ਖਤਮ ਹੋਇਆ, ਤੁਹਾਨੂੰ ਇਸ ਸਰੀਰ 'ਚੋਂ ਕੱਢਿਆ ਜਾਣਾ, ਫਿਰ ਤੁਹਾਨੂੰ ਪਤਾ ਵੀ ਤੁਸੀਂ ਅੱਗੇ ਕਿਹੜੇ ਰਾਹ ਜਾਣਾ, ਕਿੱਥੇ ਜਾਣਾ ਅੱਗੇ? ਆਪਾਂ ਕਹਿੰਦੇ ਵੀ ਸਾਨੂੰ ਤਾਂ ਇਹ ਵੀ ਨਹੀਂ ਪਤਾ ਜੀ। ਫਿਰ ਸਤਿਗੁਰੂ ਕਹਿੰਦੇ ਵੀ ਤੁਸੀਂ ਹਉਮੈ ਕਾਹਦੀ ਕਰਦੇ ਹੋ, ਫਿਰ ਹੰਕਾਰ ਕਾਹਦਾ ਕਰਦੇ? ਬਈ ਜੇ ਤੁਹਾਨੂੰ ਇਹੀ ਨਹੀਂ ਪਤਾ ਵੀ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਕਿੰਨਾ ਸਮਾਂ ਰਹੋਗੇ ਤੇ ਜਾਓਗੇ ਕਿੱਥੇ, ਫਿਰ ਕਾਹਦੀ ਹਉਮੈ ਕਾਹਦਾ ਹੰਕਾਰ ਹੈ ਤੁਹਾਡੇ ਅੰਦਰ? ਹੁਣ ਆਪਾਂ ਨੂੰ ਫਿਰ ਸੱਚੇ ਪਾਤਸ਼ਾਹ ਇਸ ਲਈ ਸਮਝਾਉਂਦੇ ਵੀ ਜੇ ਸਾਨੂੰ ਨਹੀਂ ਭੇਤ, ਫਿਰ ਅਸੀਂ ਇਹ ਭੇਤ ਲੈਣਾ। ਹੁਣ ਇਹ ਭੇਤ ਅਸੀਂ ਉਦੋਂ ਲਵਾਂਗੇ ਜਦੋਂ ਸਾਡਾ ਮਨ ਨਿਮਰਤਾ 'ਚ ਆਏ। ਜਦ ਤੱਕ ਹੁਣ ਅਸੀਂ ਸੰਗਤ ਨਹੀਂ ਕਰਦੇ, ਜੀਵ ਦੇ ਅੰਦਰ ਹਉਮੈ ਹੈ, ਉਹਦੇ ਅੰਦਰ ਹੰਕਾਰ ਹੈ, ਉਹ ਫਿਰ ਸੁਣਨਾ ਨਹੀਂ ਚਾਹੁੰਦਾ। ਜਦ ਤੱਕ ਮਨ ਹੰਕਾਰੀ ਹੋਇਆ ਹੋਇਆ, ਉਹ ਸੁਣੇਗਾ ਨਹੀਂ, ਉਹ ਵਿਚਾਰੇਗਾ ਨਹੀਂ, ਉਹ ਮੰਨੇਗਾ ਨਹੀਂ। ਮਹਾਰਾਜ ਸਾਨੂੰ ਰੋਜ਼ ਬੁਲਾਉਂਦੇ ਵੀ ਤੁਸੀਂ ਘਰ ਆ ਜਾਓ। ਜਦੋਂ ਉਹ ਸਾਨੂੰ ਦੇਖਦੇ ਨਾ ਵੀ ਅਸੀਂ ਇੱਥੇ ਦੁਖੀ ਹੋ ਰਹੇ ਹਾਂ ਭਰਮ ਦੇ ਵਿੱਚ, ਸਤਿਗੁਰੂ ਐਡੇ ਦਿਆਲੂ, ਇੰਨੇ ਕਿਰਪਾਲੂ ਨੇ, ਉਹ ਦਰ ਖੋਲ੍ਹ ਦਿੰਦੇ ਆਪਣੇ ਨਿੱਜ ਮਹਿਲ ਦਾ ਵੀ ਤੁਸੀਂ ਦੁਖੀ ਨਾ ਹੋਵੋ, ਤੁਸੀਂ ਘਰ ਆ ਜਾਓ ਅਤੇ ਤੁਸੀਂ ਸੁੱਖ ਲਵੋ ਘਰ ਆ ਕੇ। ਕਾਹਤੋਂ ਦੁਖੀ ਹੁੰਦੇ ਫਿਰਦੇ? ਸਾਨੂੰ ਆਵਾਜ਼ ਦਿੰਦੇ ਵੀ ਤੁਸੀਂ ਘਰ ਆ ਜਾਓ। ਹੁਣ ਜਿਹੜਾ ਮਨਮੁਖ ਹੈ ਉਹ ਇੰਨਾ ਹੰਕਾਰੀ ਹੋ ਗਿਆ, ਇੰਨੀ ਉਹਦੇ ਅੰਦਰ ਹਉਮੈ ਆ ਗਈ, ਉਹ ਮਾਲਕ ਦੀ ਆਵਾਜ਼ ਨੂੰ ਨਹੀਂ ਸੁਣਦਾ। ਮਾਲਕ ਦਰ ਖੋਲ੍ਹ ਕੇ ਅੰਦਰ ਬੁਲਾਉਂਦੇ, ਉਹ ਦਰ ਦੇ ਅੱਗੋਂ ਦੀ ਟੱਪ ਜਾਂਦੇ। ਉਹ ਆਵਾਜ਼ ਦਿੰਦੇ ਵੀ ਤੁਸੀਂ ਘਰ ਆ ਕੇ ਬੈਠੋ, ਥਿਰ ਘਰ ਬੈਸੋ, ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੀ। ਬਈ ਤੁਸੀਂ ਥਿਰ ਘਰ ਬੈਠੋ, ਤੁਹਾਡੇ ਕਾਰਜ ਵੀ ਮੈਂ ਸਵਾਰ ਦਾਂਗਾ ਸਾਰੀ। ਇਹ ਜਿਹੜੇ ਦੂਤ ਨੇ ਜਾਮ, ਇਹਨਾਂ ਨੂੰ ਵੀ ਮਾਰ ਦਾਂਗਾ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰਾਖੀ ਕਰਤਾਰੇ। ਤੁਹਾਡੀ ਇੱਜ਼ਤ ਪੱਤ ਵੀ ਰੱਖ ਲਾਂਗਾ, ਤੁਸੀਂ ਘਰ ਆ ਕੇ ਬੈਠ ਜਾਓ। ਮਾਲਕ ਨੇ ਦਰ ਖੋਲ੍ਹਿਆ ਅਤੇ ਬੁਲਾਇਆ, ਅਤੇ ਮਨ ਅੱਗੋਂ ਦੀ ਟੱਪ ਜਾਂਦਾ, ਦੂਜੇ ਪਾਸੇ ਚਲਾ ਜਾਂਦਾ। ਮਾਲਕ ਫਿਰ ਦਰ ਬੰਦ ਕਰ ਲੈਂਦੇ। ਇਹ ਦਿਨ 'ਚ ਸਾਡੇ ਨਾਲ ਕਈ ਵਾਰੀ ਹੁੰਦਾ, ਮਾਲਕ ਕਈ ਵਾਰ ਦਰ ਖੋਲ੍ਹ ਕੇ ਸਾਨੂੰ ਦਿਨ 'ਚ ਬੁਲਾਉਂਦੇ। ਫਿਰ ਜਦੋਂ ਮਨ ਦੂਸਰੇ ਪਾਸਿਓਂ ਮੁੜਦਾ ਹੈ, ਮਾਲਕ ਦੇਖਦੇ ਵੀ ਚਲੋ ਹੁਣ ਆ ਰਿਹਾ, ਵੀ ਹੋ ਸਕਦਾ ਫਿਰ ਆ ਜਾਵੇ ਘਰ, ਉਹ ਫਿਰ ਦਰ ਖੋਲ੍ਹ ਦਿੰਦੇ। ਦਰ ਖੋਲ੍ਹ ਕੇ ਉਹ ਫਿਰ ਆਵਾਜ਼ ਦਿੰਦੇ ਵੀ ਤੁਸੀਂ ਪਰਦੇਸ ਗਏ ਹੋ, ਤੁਸੀਂ ਇਸ ਲੋਕ ਦੇ ਵਾਸੀ ਨਹੀਂ, ਤੁਸੀਂ ਘਰ ਵਾਪਸ ਮੁੜੇ ਹੋ। ਤੁਸੀਂ ਪਰਦੇਸ ਦੇ ਵਿੱਚ ਦੁਖੀ ਹੁੰਦੇ ਫਿਰਦੇ ਹੋ, ਤੁਸੀਂ ਘਰ ਆਓ ਅਤੇ ਸੁੱਖ ਲਵੋ, ਆਨੰਦ ਲਵੋ, ਦੁਖੀ ਨਾ ਹੋਵੋ। ਉਹ ਫਿਰ ਮਾਲਕ ਨੇ ਦਰ ਖੋਲ੍ਹਿਆ ਅਤੇ ਫਿਰ ਆਵਾਜ਼ ਦਿੱਤੀ। ਕੀ ਕਹਿੰਦੇ? ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਵੀ ਪਰਦੇਸ ਗਏ ਹੋ ਪਿਆਰੇ, ਉਹ ਘਰੇ ਮੁੜੇ ਆਓ। ਮਾਲਕ ਨੇ ਦਰ ਖੋਲ੍ਹ ਕੇ ਆਵਾਜ਼ ਦਿੱਤੀ, ਇਹ ਦਰ ਤੋਂ ਅੱਗੋਂ ਦੀ ਫਿਰ ਦੂਜੇ ਪਾਸੇ ਟੱਪ ਜਾਂਦੇ, ਫਿਰ ਨਹੀਂ ਦੇਖਦਾ ਘਰ ਵੱਲ। ਮਾਲਕ ਫਿਰ ਦਰ ਬੰਦ ਕਰ ਲੈਂਦੇ। ਜਦੋਂ ਇਸ ਤਰ੍ਹਾਂ ਵਾਰ-ਵਾਰ ਇਹ ਅੱਗੋਂ ਦੀ ਟੱਪਦਾ, ਕਿਤੇ ਸੱਜੇ ਚਲਾ ਜਾਂਦਾ, ਕਿਤੇ ਖੱਬੇ ਚਲਾ ਜਾਂਦਾ, ਘਰ ਨਹੀਂ ਜਾਂਦਾ, ਫਿਰ ਇਹਨੂੰ ਕਹਿੰਦੇ ਵੀ ਬਹੁਤਾ ਹੀ ਮਨਮੁਖ ਹੋ ਗਿਆ, ਹੰਕਾਰੀ ਹੋ ਗਿਆ। ਵੀ ਐਡਾ ਹੰਕਾਰੀ ਹੋ ਗਿਆ, ਇਹਨੂੰ ਰੋਜ਼ ਬੁਲਾਉਂਦੇ ਆ ਵੀ ਘਰ ਆ ਜਾ, ਹੁਣ ਘਰੇ ਆਉਂਦਾ ਹੀ ਨਹੀਂ। ਜਦੋਂ ਇਹਦਾ ਦਿੱਤਾ ਹੋਇਆ ਸਮਾਂ ਖਤਮ ਹੋਏਗਾ, ਫਿਰ ਇਹ ਆਖੇ ਵੀ ਮੈਨੂੰ ਦਰਗਾਹ 'ਚ ਥਾਂ ਦੇ ਦਿਓ ਜੀ। ਫਿਰ ਇਹਨੂੰ ਕਿਵੇਂ ਦਰਗਾਹ 'ਚ ਥਾਂ ਮਿਲੇਗੀ?
ਮਾਰੇ ਫਰਮਾਉਂਦੇ ਮਨ ਮੁਖ ਹੰਕਾਰੀ, ਮਹਿਲ ਨਾ ਜਾਣੀ। ਖੈਨ ਆਗੇ ਖੈਨ ਪੀਛੇ, ਸਦਾ ਬੁਲਾਈਏ ਮਹਿਲ ਨਾ ਹੋਵੇ, ਕਿਉਂ ਘਰ ਦਰਗਾਹ ਛੀਜੇ। ਹੁਣ ਮਾਲਕ ਜਿੰਨਾ ਸਮਾਂ ਸਾਡੇ ਕੋਲ ਸਵਾਸ ਨੇ ਉਹ ਸਾਨੂੰ ਸਦਾ ਹੀ ਬੁਲਾਉਂਦੇ ਵੀ ਘਰ ਆ ਜਾ, ਦੁਖੀ ਨਾ ਹੋ, ਪਰੇਸ਼ਾਨ ਨਾ ਹੋ। ਹੁਣ ਮਨ ਸਾਡਾ ਇੰਨੀ ਅਗਿਆਨਤਾ ਵਿੱਚ ਚਲਾ ਗਿਆ ਹੈ, ਇਹ ਆਪਣੇ ਘਰ ਨੂੰ ਹੀ ਭੁੱਲ ਗਿਆ, ਘਰ ਦਾ ਦਰਵਾਜ਼ਾ ਵੀ ਭੁੱਲ ਗਿਆ। ਇਹਨੂੰ ਆਪਣੇ ਮਾਤਾ ਪਿਤਾ ਦੀ ਪਹਿਚਾਣ ਹੀ ਨਹੀਂ ਰਹੀ। ਮਾਲਕ ਜੇ ਸਾਡੇ ਸਾਹਮਣੇ ਵੀ ਆ ਜਾਂਦਾ, ਸਾਨੂੰ ਪ੍ਰਤੀਤ ਨਹੀਂ ਆਉਂਦੀ ਵੀ ਇਹ ਸਾਡਾ ਜਨਮਦਾਤਾ ਹੈ, ਇਹਨੇ ਸਾਨੂੰ ਪੈਦਾ ਕੀਤਾ, ਇਹ ਸਾਡਾ ਸਿਰਜਣਹਾਰ। ਮਾਲਕ ਸਾਨੂੰ ਆਵਾਜ਼ ਦਿੰਦਾ, ਸਾਨੂੰ ਉਹਦੀ ਆਵਾਜ਼ ਵੀ ਭੁੱਲ ਗਈ। ਸਾਨੂੰ ਇਹ ਵੀ ਨਹੀਂ ਭੇਦ ਰਿਹਾ ਵੀ ਇਹ ਸਾਡੇ ਮਾਤਾ ਪਿਤਾ ਦੀ ਆਵਾਜ਼। ਅਗਿਆਨਤਾ ਬਸ ਅਸੀਂ ਇੰਨਾ ਦੂਰ ਆ ਗਏ ਹਾਂ ਮਾਲਕ ਤੋਂ ਵੀ ਕਰੋੜਾਂ ਜਨਮਾਂ ਦੇ ਅਸੀਂ ਵਿਛੜੇ ਹੋਏ ਭਰਮ ਦੇ ਵਿੱਚ, ਜੂਨਾਂ ਦੇ ਵਿੱਚ ਗਾਂਹ ਦੀ ਗਾਂਹ ਤੁਰੇ ਜਾ ਰਹੇ। ਇਹ ਇੰਨਾ ਅਗਿਆਨਤਾ 'ਚ ਚਲੇ ਗਏ ਵੀ ਅਸੀਂ ਬਿਲਕੁਲ ਹੀ ਆਪਦਾ ਜਿਹੜਾ ਪਿਛੋਕੜ ਸੀ ਉਹਨੂੰ ਭੁੱਲ ਗਏ, ਆਪਣੇ ਮਾਤਾ ਪਿਤਾ ਨੂੰ ਭੁੱਲ ਗਏ। ਆਪਣੇ ਮਾਤਾ ਪਿਤਾ ਜੀ ਉਹ ਆਵਾਜ਼ ਸੀ, ਉਹ ਆਵਾਜ਼ ਨੂੰ ਵੀ ਭੁੱਲ ਗਏ, ਅਤੇ ਜਿਹੜਾ ਆਪਣਾ ਘਰ ਸੀ ਨਿੱਜ ਮਹਿਲ 10ਵਾਂ ਦਵਾਰ, ਉਹਨੂੰ ਵੀ ਭੁੱਲ ਗਏ। ਸਿਰਫ ਜੀਵ ਦ੍ਰਿਸ਼ਟ ਮਨ ਤੱਕ ਸੀਮਤ ਰਹਿ ਗਿਆ। ਦ੍ਰਿਸ਼ਟ ਮਨ ਕਹਿੰਦੇ ਸਰੀਰ ਨੂੰ, ਜਦੋਂ ਦੇਖਦਾ ਇਹ ਸਰੀਰ ਨੂੰ ਹੀ ਦੇਖਦਾ ਹੈ, ਇਹ ਜਿਹੜਾ ਕਿ ਮਿਥਿਆ ਹੋਇਆ, ਜਿਹੜਾ ਕਿ ਨਾਸਵਾਨ। ਹੁਣ ਇਹਦੇ ਅੰਦਰ ਕੌਣ ਵੱਸਦਾ ਉਹਦਾ ਵੀ ਨਹੀਂ ਭੇਤ ਰਿਹਾ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹਾਂ ਵੀ ਬਾਹਰੀ ਆਪਣਾ ਮਕਾਨ ਬਣਾਉਂਦੇ, ਇੱਕ ਬੱਚਾ ਵੀ ਹੁੰਦਾ, ਉਹਨੂੰ ਬੱਚੇ ਨੂੰ ਵੀ ਆਪਦੇ ਘਰ ਦਾ ਸਾਰਾ ਭੇਤ ਹੁੰਦਾ ਬਈ ਸਾਡੇ ਘਰ ਦੇ ਵਿੱਚ ਇਸ਼ਨਾਨ ਕਿੱਥੇ ਕਰਨਾ, ਭੋਜਨ ਕਿੱਥੇ ਛਕਣਾ, ਖਾਣਾ ਪੀਣਾ ਕਿੱਥੇ, ਸੌਣਾ ਕਿੱਥੇ, ਉਹ ਸਾਰਾ ਬੱਚੇ ਨੂੰ ਵੀ ਪਤਾ ਹੁੰਦਾ ਆਪਦੇ ਘਰ 'ਚ। ਪਰ ਸਾਡਾ ਮਨ ਇੰਨਾ ਅਗਿਆਨਤਾ 'ਚ ਚਲਾ ਗਿਆ ਵੀ ਸਾਨੂੰ ਆਪਦੇ ਅੰਦਰ ਦੀ ਵੀ ਨਹੀਂ ਸੋਝੀ ਰਹੀ। ਸਾਨੂੰ ਆਪਦੇ ਘਰ ਦਾ ਹੀ ਨਹੀਂ ਪਤਾ ਵੀ ਸਾਡੇ ਘਰ ਦੇ ਵਿੱਚ ਅਸੀਂ ਇਸ਼ਨਾਨ ਕਿੱਥੇ ਕਰਨਾ, ਅਸੀਂ ਭੋਜਨ ਕਿੱਥੇ ਛਕਣਾ, ਅਸੀਂ ਕਿੱਥੇ ਆਰਾਮ ਕਰਨਾ, ਉਹ ਸਾਰਾ ਕੁਛ ਹੀ ਅਸੀਂ ਭੁੱਲ ਗਏ, ਆਪਦੇ ਘਰ ਨੂੰ ਹੀ ਭੁੱਲ ਗਏ। ਹੁਣ ਐਸੀ ਅਵਸਥਾ ਦੇ ਵਿੱਚ ਜਦੋਂ ਜੀਵ ਚੱਲਦਾ ਸੰਸਾਰ ਦੇ ਵਿੱਚ, ਉਹ ਇਸ ਸਰੀਰ 'ਤੇ ਹਉਮੈ ਕਰਦਾ, ਇਹਦੇ 'ਤੇ ਹੰਕਾਰ ਕਰਦਾ, ਇਹਨੂੰ ਸਜਾ ਕੇ ਇਹਦੇ 'ਤੇ ਸੋਹਣੇ ਕੱਪੜੇ ਪਾ ਕੇ ਹਉਮੈ ਹੰਕਾਰ ਦੇ ਵਿੱਚ ਚੱਲਦਾ। ਜਦੋਂ ਇਹ ਅਵਸਥਾ ਸਤਿਗੁਰੂ ਇਹਦੀ ਦੇਖਦੇ ਵੀ ਹੁਣ ਤਾਂ ਇਹ ਬੜਾ ਚਤਰ ਬਣਿਆ ਫਿਰਦਾ, ਕੱਪੜੇ ਪਾ ਕੇ ਹਉਮੈ ਹੰਕਾਰ 'ਚ ਫੁੱਲਿਆ ਨਹੀਂ ਸਮਾਉਂਦਾ। ਜੇ ਹੁਣ ਇਹਨੇ ਸੰਗਤ ਨਾ ਕੀਤੀ, ਜੇ ਨਾ ਗੁਰੂ ਦੀ ਸ਼ਰਨ ਦੇ ਵਿੱਚ ਹੁਣ ਆਇਆ, ਇਹ ਬਹੁਤ ਜ਼ਿਆਦਾ ਦੁੱਖ ਭੋਗੇਗਾ। ਅੱਗੇ ਜੂਨਾਂ 'ਚ ਜਾ ਕੇ ਬਹੁਤ ਜ਼ਿਆਦਾ ਇਹ ਖਵਾਰ ਹੋਏਗਾ। ਅਤੇ ਮਹਾਰਾਜ ਇਹ ਹਾਲਤ ਦੇਖ ਕੇ ਫਿਰ ਕੀ ਕਹਿੰਦੇ, ਫਰਮਾਉਂਦੇ ਕਾਪੜ ਪੈਰ ਘਰੇ ਚਿਤਰਾਈ, ਮਾਇਆ ਮੋਹ ਅਤ ਭਰਮ ਭੁਲਾਈ, ਬਿਨ ਗੁਰ ਸੇਵੇ ਬਹੁਤ ਦੁੱਖ ਪਾਈ। ਬਈ ਜੇ ਇਹਨੇ ਹੁਣ ਨਾ ਸਿਮਰਨ ਕੀਤਾ ਨਾ, ਬਹੁਤ ਜ਼ਿਆਦਾ ਦੁੱਖ ਪਾਏਗਾ, ਬਹੁਤ ਜ਼ਿਆਦਾ ਇਹ ਕਸ਼ਟ ਭੋਗੇਗਾ। ਹੁਣ ਫਿਰ ਜਦੋਂ ਮਨਮੁਖ ਫੁੱਲਿਆ ਨਹੀਂ ਸਮਾਉਂਦਾ, ਇਹ ਸਰੀਰ 'ਤੇ ਹਉਮੈ ਹੰਕਾਰ ਕਰਦਾ, ਫਿਰ ਇਹਨੂੰ ਸ਼ਬਦ ਦੀ ਟੋਕਰ ਮਾਰਦੇ ਵੀ ਤੂੰ ਕਾਹਦੀ ਹਉਮੈ ਕਾਹਦਾ ਹੰਕਾਰ ਕਰਦਾ, ਇਹਦੇ ਅੰਦਰ ਦੇਖ, ਇਹਦੇ ਅੰਦਰ ਕੀ ਹੈ। ਹੁਣ ਸਾਨੂੰ ਆਪਦੇ ਆਪ ਪਤਾ ਨਹੀਂ ਲੱਗਦਾ ਵੀ ਇਹ ਸਰੀਰ 'ਚ ਕੀ ਹੈ ਜਿਹਨੂੰ ਅਸੀਂ ਸਜਾਉਂਦੇ ਹਾਂ। ਸਾਨੂੰ ਫਿਰ ਅਗਰ ਬਾਣੀ 'ਚ ਖੋਲ੍ਹ ਕੇ ਦੱਸਦੇ ਵੀ ਇਹਦੇ ਅੰਦਰ ਵਿਸ਼ਟ ਹੈ, ਗੰਦਗੀ ਹੈ, ਹੱਡੀਆਂ ਖੂਨ ਹੈ, ਅਤੇ ਉੱਤੇ ਇਹਦੇ ਚਮੜਾ ਲਪੇਟਿਆ ਹੋਇਆ, ਹੋਰ ਗੰਦਗੀ ਤੋਂ ਸਿਵਾਏ ਇਹਦੇ ਵਿੱਚ ਕੁਛ ਨਹੀਂ ਲੱਭਦਾ। ਮਹਾਰਾਜ ਕਹਿੰਦੇ ਵਿਸ਼ਟਾ ਅਸਤ ਰਕਤ ਪਰੇਟੇ ਚਾਮ, ਤਿਸੋ ਪਰਲੇ ਰੱਖਿਓ ਗੁਮਾਨ। ਬਈ ਮਨਮੁਖ ਹੈ ਜਿਹੜਾ, ਉਹ ਗੰਦਗੀ ਦਾ ਹੀ ਹੰਕਾਰ ਕਰੀ ਜਾਂਦਾ। ਫਿਰ ਇਹਨੂੰ ਕਹਿੰਦੇ ਵੀ ਤੂੰ ਹੰਕਾਰ ਕਾਹਦਾ ਕਰਦਾ, ਵੀ ਤੇਰੇ ਅੰਦਰ ਤਾਂ ਗੰਦਗੀ ਭਰੀ, ਤੇਰੇ ਅੰਦਰੋਂ ਬਦਬੂ ਆ ਰਹੀ ਹੈ। ਜਿਹਨੂੰ ਤੂੰ ਬਾਹਰ ਸਜਾਉਣ ਲੱਗਿਆ ਹੋਇਆ ਦਿਨ ਰਾਤ,
ਇਹ ਤੇਰਾ ਮਿਥਿਆ ਹੋਇਆ ਨਾਸਵਾਨ ਨੇ, ਤੂੰ ਕਾਹਦੀ ਹਉਮੈ ਕਾਹਦਾ ਹੰਕਾਰ ਕਰਤ। ਮਹਾਰਾਜ ਫੇਰ ਇਹਨੂੰ ਸ਼ਬਦ ਦੀ ਠੋਕਰ ਮਾਰਦੇ, ਕਹਿੰਦੇ ਮਨ ਕਾਹੇ ਹੰਕਾਰ ਫਾਰੈ, ਦਰਗੰਧ ਪਵਿੱਤਰ ਪਾਵਨ ਭੀਤਰ ਜੋ ਦਿਸੇ ਸੋ ਸ਼ਾਰਾ। ਬਈ ਤੂੰ ਕਾਹਦਾ ਹਉਮੈ ਕਾਹਦੀ ਹੰਕਾਰ ਕਰਦਾ ਫਿਰਦਾ ਹੈ, ਬਈ ਅੰਦਰ ਤੇਰੇ ਗੰਦਗੀ ਹੈ ਤੇ ਬਾਹਰ ਇਹ ਜਿਹੜਾ ਸਰੀਰ ਹੈ ਨਾਸ ਹੋਣ ਵਾਲਾ ਮਿਥਿਆ ਹੋਇਆ। ਹੁਣ ਇਹਨੂੰ ਫਿਰ ਜਦੋਂ ਵਾਰ-ਵਾਰ ਇਸ ਤਰ੍ਹਾਂ ਸ਼ਬਦ ਦੀ ਠੋਕਰ ਮਾਰਦੇ ਤੇ ਫਿਰ ਥੋੜ੍ਹਾ ਜਿਹਾ ਸਹਿਜ ਵਿੱਚ ਜਾ ਕੇ ਵਿਚਾਰਤ ਬਈ ਸਤਿਗੁਰੂ ਜੋ ਕਹਿੰਦੇ ਕਹਿੰਦੇ ਤਾਂ ਸੱਚ ਹੀ ਨੇ। ਬਈ ਨਾ ਤਾਂ ਸਾਨੂੰ ਸਾਡੇ ਦੇਸ਼ ਦਾ ਪਤਾ ਵੀ ਅਸੀਂ ਕਿੱਥੋਂ ਦੇ ਵਾਸੀ ਹਾਂ, ਪਰ ਲੋਕ ਨੂੰ ਅਸੀਂ ਭੁੱਲ ਗਏ। ਨਾ ਸਾਨੂੰ ਆਪਦੇ ਘਰ ਦਾ ਪਤਾ, 10ਵੇਂ ਦੁਆਰ ਥਿਰ ਘਰ ਦਾ, ਅਸੀਂ ਉਹਨੂੰ ਵੀ ਭੁੱਲ ਗਏ। ਅਸੀਂ ਤਾਂ ਸਿਰਫ ਇਹ ਸਰੀਰ ਤੱਕ ਸੀਮਤ ਰਹਿ ਗਏ। ਹੁਣ ਜਦੋਂ ਫਿਰ ਆਪਾਂ ਨੂੰ ਦੱਸਦੇ ਵੀ ਇਹਦੇ ਵਿੱਚ ਗੰਦਗੀ ਹੈ ਤੇ ਗੰਦਗੀ 'ਚ ਕਰਮ ਵਸ ਕੀੜੇ, ਫਿਰ ਇਹ ਸਾਡਾ ਮਨ ਆਪਦੇ ਆਪ ਨੂੰ ਕਿਰ ਮਹਿਸੂਸ ਕਰਨ ਲੱਗ ਜਾਂਦਾ ਵੀ ਮੈਂ ਕੀੜਾ, ਮੈਂ ਤਾਂ ਗੰਦਗੀ ਦੇ ਢੇਰ 'ਤੇ ਬੈਠਾ, ਕਰਮ ਬਣਿਆ ਬੈਠਾ। ਫਿਰ ਇਹ ਹਉਮੈ ਹੰਕਾਰ ਨੂੰ ਛੱਡ ਕੇ ਫਿਰ ਸਤਿਗੁਰਾਂ ਦੀ ਸ਼ਰਨ 'ਚ ਆ ਕੇ ਫਿਰ ਬੇਨਤੀਆਂ, ਫਿਰ ਜੋਦੜੀਆਂ ਕਰਦਾ ਬਈ ਮੇਰੇ 'ਤੇ ਕਿਰਪਾ ਕਰੋ, ਮੈਨੂੰ ਇਹ ਗੰਦਗੀ 'ਚੋਂ ਕੱਢੋ, ਮੇਰੇ 'ਤੇ ਕਿਰਪਾ ਕਰੋ, ਮੈਨੂੰ ਆਪਦੇ ਘਰ ਦਾ ਭੇਤ ਦੇ ਦਿਓ ਤਾਂ ਕਿ ਮੈਂ ਵੀ ਆਪਦੇ ਘਰ ਚਲਾ ਜਾਵਾਂ। ਫਿਰ ਮਹਾਰਾਜ ਕਹਿੰਦੇ ਵੀ ਕੀ ਕਹਿੰਦਾ ਹੈ, ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ। ਮੇਰੇ 'ਤੇ ਵੀ ਦਇਆ ਕਰੋ ਤਾਂ ਕਿ ਮੇਰੇ ਹਿਰਦੇ 'ਚ ਵੀ ਪ੍ਰਕਾਸ਼ ਹੋ ਜੇ ਗਿਆਨ ਦਾ, ਅਤੇ ਮੈਨੂੰ ਵੀ ਆਪਦੇ ਘਰ ਦੀ ਸੋਝੀ ਆ ਜੀ, ਭੇਤ ਆ ਜੀ। ਜਦੋਂ ਇਸ ਅਵਸਥਾ 'ਚ ਮਨ ਆਉਂਦਾ ਫਿਰ ਇਹ ਸੁਣਨ ਦੀ ਅਵਸਥਾ 'ਚ ਆਉਂਦਾ, ਫਿਰ ਜੋ ਇਹਨੂੰ ਸਮਝਾਇਆ ਜਾਂਦਾ ਫਿਰ ਇਹ ਸੁਣਦਾ ਧਿਆਨ ਦੇ ਨਾਲ। ਜਦ ਤੱਕ ਹੁਣ ਜੀਵ ਦੇ ਅੰਦਰ ਹਉਮੈ ਹੰਕਾਰ ਹੈ, ਉਹਨੂੰ ਜਿੰਨਾ ਮਰਜ਼ੀ ਆਖੀ ਚਲੋ ਸਮਝਦਾ ਨਾ ਹੀ ਉਹ ਸੁਣਨਾ ਚਾਹੁੰਦਾ। ਸੋ ਇਸ ਵਾਸਤੇ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਬਈ ਇਹ ਮੌਕਾ, ਇਹ ਵਾਰੀ ਸਿਰਫ ਸਾਨੂੰ ਹੁਣੀ ਮਾਨਸ ਜਾਮੇ 'ਚ ਮਿਲੀ ਹੈ। ਜੇ ਅਸੀਂ ਹੁਣੀ ਇਹ ਸੋਝੀ ਲਵਾਂਗੇ ਆਪਣੇ ਘਰ ਦੀ, ਹੁਣੀ ਅਸੀਂ ਪਹਿਚਾਣ ਕਰਾਂਗੇ ਆਪਣੇ ਆਪੇ ਦੀ, ਅਤੇ ਫਿਰ ਕਦੋਂ ਕਰਾਂਗੇ? ਫਿਰ ਤਾਂ ਸਾਨੂੰ ਮੌਕਾ ਹੀ ਨਹੀਂ ਮਿਲਣਾ ਹੈ, ਕਿਉਂਕਿ ਹੁਣੀ ਮੌਕਾ, ਹੁਣੀ ਵਾਰੀ ਹੈ। ਮੌਕਾ ਵੀ ਓਨਾ ਸਮਾਂ ਹੀ ਜਿੰਨਾ ਸਮਾਂ ਸਾਡੇ ਸਾਹ ਚੱਲ ਰਹੇ ਨੇ, ਓਨਾ ਸਮਾਂ ਸਾਨੂੰ ਵਾਰੀ ਹੈ। ਜਿੱਦਣ ਸਾਡੇ ਸਵਾਸ ਖਤਮ ਹੋ ਗਏ ਇਹ ਵਾਰੀ ਲੰਘ ਗਈ ਸਾਡੀ। ਹੁਣ ਸਵਾਸ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਆਪਾਂ ਪਰਮਾਤਮਾ ਵਾਹਿਗੁਰੂ ਦੇ ਨਾਲ ਮਿਲਾਪ ਕਰਨਾ ਹੁੰਦਾ, ਆਪਣੇ ਘਰ ਦੇ ਵਿੱਚ ਅਸੀਂ ਆਉਣ ਜਾਣ ਬਣਾਉਣਾ ਹੁੰਦਾ। ਸਾਨੂੰ ਇਹ ਹੁਕਮ ਹੈ ਵੀ ਜਿੱਥੇ ਅਸੀਂ ਮਰਨ ਤੋਂ ਬਾਅਦ ਜਾਣਾ, ਦੇਹ ਛੱਡਣ ਤੋਂ, ਉੱਥੇ ਅਸੀਂ ਜਿਉਂਦੇ ਜੀ ਪਹਿਲਾਂ ਆਉਣ ਜਾਣ ਬਣਾਉਣਾ। ਜੇ ਹੁਣ ਆਪਾਂ ਭੁੱਲ ਗਏ ਹਾਂ ਵੀ ਸਾਨੂੰ ਨਹੀਂ ਪਤਾ ਜੀ ਮਰਨ ਤੋਂ ਬਾਅਦ ਅਸੀਂ ਜਾਣਾ ਕਿੱਥੇ, ਤੇ ਮਹਾਰਾਜ ਕਹਿੰਦੇ ਤੁਸੀਂ ਪੁੱਛ ਲਓ ਗੁਰੂ ਤੋਂ। ਜੇ ਤੁਹਾਡੇ ਮਨ ਦੇ ਵਿੱਚ ਕੋਈ ਸ਼ੰਕਾ ਹੈ ਤੇ ਤੁਸੀਂ ਉਹ ਸ਼ੰਕੇ ਨੂੰ ਨਿਵਰਤ ਕਰੋ, ਪੁੱਛੋ। ਮਹਾਰਾਜ ਕਹਿੰਦੇ ਅੰਤਰ ਕੀ ਗਤ ਜਾਣੀਏ ਗੁਰ ਮਿਲਿਆ ਸ਼ੰਕ ਅਤਾਰ, ਮੋਇਆਂ ਜਿਤ ਘਰ ਜਾਈਏ ਤਿਤ ਜੀਵਤ ਅਮਰ ਮਾਰ। ਬਈ ਜਿੱਥੇ ਮਰ ਕੇ ਜਾਣਾ ਅਸੀਂ ਉੱਥੇ ਜਿਉਂਦੇ ਜੀ ਪਹਿਲਾਂ ਜਾਣਾ, ਅਤੇ ਆਉਣ ਜਾਣ ਬਣਾਉਣਾ ਅਸੀਂ ਉਹ ਘਰ ਪਹਿਲਾਂ ਹੀ ਦੇਖਣਾ ਵੀ ਮਰ ਕੇ ਜੀਵ ਜਾਂਦਾ ਕਿੱਥੇ। ਹੁਣ ਆਪਾਂ ਨੂੰ ਪਹਿਲਾਂ ਭੇਤ ਨਹੀਂ ਹੁੰਦਾ ਵੀ ਮਰ ਕੇ ਅਸੀਂ ਜਾਣਾ ਕਿੱਥੇ। ਅਤੇ ਜਦੋਂ ਅਸੀਂ ਸਤਸੰਗ 'ਚ ਆਉਂਦੇ ਹਾਂ, ਸਤਿਗੁਰਾਂ ਦੇ ਸਕੂਲ ਦੇ ਵਿੱਚ, ਇੱਥੇ ਫਿਰ ਸਾਨੂੰ ਜਿਉਂਦੇ ਜੀ ਮਰਨਾ ਸਿਖਾਇਆ ਜਾਂਦਾ। ਇੱਥੇ ਹੁਣ ਆਪਾਂ ਇਹ ਭੇਤ ਲੈਣਾ ਬਈ ਅਸੀਂ ਜਿਉਂਦੇ ਜੀ ਮਰਨਾ ਕਿਵੇਂ, ਇਹ ਅਸੀਂ ਸਿੱਖਣਾ। ਜੇ ਅਸੀਂ ਭੁੱਲ ਗਏ ਹਾਂ ਅਤੇ ਮਹਾਰਾਜ ਕਹਿੰਦੇ ਤੁਸੀਂ ਸਿੱਖੋ। ਫਰਮਾਉਂਦੇ ਨੇ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ। ਬਈ ਜੇ ਅਸੀਂ ਭੁੱਲ ਗਏ ਹਾਂ ਮਰਨਾ, ਤੇ ਉਹ ਕਹਿੰਦੇ ਸਿੱਖ ਲਓ। ਜੇ ਅਸੀਂ ਸਿੱਖ ਲਾਂਗੇ
ਤੇ ਅਸੀਂ ਸਦਾ ਆਨੰਦ 'ਚ ਚਲੇ ਜਾਵਾਂਗੇ। ਫਿਰ ਅਸੀਂ ਦੁਬਾਰਾ ਵਾਰ-ਵਾਰ ਮਰਾਂਗੇ ਨਹੀਂ, ਫਿਰ ਅਸੀਂ ਸਦਾ ਲਈ ਅਮਰ ਹੋ ਜਾਵਾਂਗੇ। ਜੇ ਅਸੀਂ ਸ਼ਬਦ ਵਾਰ ਹੁਣ ਅਸੀਂ ਮਰਨਾ ਸਿੱਖ ਲਾਂਗੇ। ਮਹਾਰਾਜ ਫਰਮਾਉਂਦੇ ਸ਼ਬਦ ਮਰੇ ਤਾਂ ਸਦਾ ਆਨੰਦ, ਸਤਿਗੁਰ ਭੇਟੇ ਗੁਰ ਗੋਬਿੰਦ, ਨਾ ਫਿਰ ਮਰੇ ਨਾ ਆਵੇ ਜਾਏ, ਪੂਰੇ ਗੁਰ ਤੇ ਸੱਚ ਸਮਾਏ। ਜੇ ਹੁਣ ਅਸੀਂ ਸ਼ਬਦ ਦੁਆਰਾ ਮਰਨਾ ਸਿੱਖ ਲਾਂਗੇ ਤੇ ਅਸੀਂ ਸਦਾ ਆਨੰਦ 'ਚ ਚਲੇ ਜਾਵਾਂਗੇ। ਫਿਰ ਅਸੀਂ ਵਾਰ-ਵਾਰ ਜੰਮਾ ਮਰਾਂਗੇ ਨਹੀਂ। ਹੁਣ ਅਸੀਂ ਫਿਰ ਕਿਵੇਂ ਜਿਉਂਦੇ ਜੀ ਮਰਨਾ, ਉਹਦੇ ਵਾਸਤੇ ਆਪਾਂ ਨੂੰ ਗਿਆਨ ਦਿੱਤਾ ਜਾਂਦਾ। ਮਰਦੇ ਵੈਸੇ ਆਪਾਂ ਰੋਜ਼ ਹੀ ਹਾਂ, ਪਰ ਸਾਨੂੰ ਭੇਤ ਨਹੀਂ ਆਉਂਦਾ, ਕਿਉਂਕਿ ਅਸੀਂ ਗੁਰੂ ਦੀ ਮੱਤ ਨਹੀਂ ਜਦੋਂ ਲੈਂਦੇ, ਸਾਨੂੰ ਸਮਝ ਨਹੀਂ ਲੱਗਦੀ। ਹੁਣ ਜਦੋਂ ਰਾਤ ਹੁੰਦੀ ਆਪਾਂ ਸੌਂ ਜਾਂਦੇ ਹਾਂ, ਸਮਝ ਲਓ ਅਸੀਂ ਮਰ ਗਏ ਇੱਧਰੋਂ। ਆਪਾਂ ਨੂੰ ਜਿਵੇਂ ਮਰੇ ਨੂੰ ਕੋਈ ਗਿਆਨ ਨਹੀਂ ਰਹਿੰਦਾ, ਇਸੇ ਤਰ੍ਹਾਂ ਹੀ ਜਦੋਂ ਅਸੀਂ ਸੁਣਨ 'ਚ ਸਮਾ ਜਾਂਦੇ ਹਾਂ, ਸਾਨੂੰ ਇੱਧਰ ਦਾ ਸਾਰਾ ਕੁਛ ਭੁੱਲ ਜਾਂਦਾ ਵੀ ਆਪਣਾ ਕਿਹੜਾ ਘਰ-ਬਾਰ ਹੈ, ਕਿਹੜਾ ਸਾਡਾ ਪਰਿਵਾਰ ਹੈ। ਸਭ ਕੁਛ ਆਪਾਂ ਨੂੰ ਆਪਦਾ ਨਾਂ ਤੱਕ ਨਹੀਂ ਯਾਦ ਰਹਿੰਦਾ, ਸਾਰਾ ਕੁਛ ਭੁੱਲ ਜਾਂਦਾ। ਇਹ ਜਿਹੜੀ ਰਾਤ ਹੈ ਇਹ ਇੱਕ ਛੋਟੀ ਮੌਤ। ਫਰਕ ਸਿਰਫ ਇੰਨਾ ਹੀ ਹੈ ਬਈ ਸਵਾਸ ਚੱਲ ਰਹੇ ਹੁੰਦੇ ਤੇ ਸਾਨੂੰ ਆਸ ਹੁੰਦੀ ਵੀ ਸੁੱਤੇ ਪਏ ਨੇ ਉੱਠ ਖੜਨਗੇ। ਜਦੋਂ ਸਾਡਾ ਦਿੱਤਾ ਹੋਇਆ ਸਮਾਂ ਖਤਮ ਹੋ ਜਾਂਦਾ, ਮਾਲਕ ਇੱਥੋਂ ਹੀ ਸਾਹਮਣੇ ਸਵਾਸ ਬੰਦ ਕਰ ਦਿੰਦੇ, ਇੱਥੋਂ ਹੀ ਦੇ ਰਹੇ, ਇੱਥੋਂ ਹੀ ਬੰਦ ਕਰ ਦਿੰਦੇ। ਜਦੋਂ ਬੰਦ ਕਰ ਦਿੱਤੇ ਸਵਾਸ, ਅਸੀਂ ਇਹਦੇ 'ਚ ਵੜ ਨਹੀਂ ਸਕਦੇ, ਸਰੀਰ 'ਚ ਫਿਰ ਇਹ 'ਚ ਪ੍ਰਵੇਸ਼ ਨਹੀਂ ਹੋ ਸਕਦੇ। ਤੇ ਅੱਗੇ ਦਾ ਅਸੀਂ ਭੇਦ ਨਹੀਂ ਲਿਆ ਵੀ ਅਸੀਂ ਜਾਣਾ ਕਿੱਥੇ, ਉਹ ਘਰ ਨਹੀਂ ਦੇਖਿਆ, ਉਹ ਰਾਹ ਨਹੀਂ ਦੇਖੀ, ਫਿਰ ਅਸੀਂ ਜਾਵਾਂਗੇ ਕਿੱਥੇ। ਇਹ ਘਰ 'ਚੋਂ ਸਾਨੂੰ ਬਾਹਰ ਕੱਢ ਦੇਣਗੇ ਤੇ ਅੱਗੇ ਅਸੀਂ ਆਪਦਾ ਘਰ ਦੇਖਿਆ ਨਹੀਂ, ਫਿਰ ਸਾਨੂੰ ਜੰਮ ਫੜ ਕੇ ਲੈ ਕੇ ਜਾਂਦੇ। ਫਿਰ ਉਹ ਓਨਾ ਸਮਾਂ ਸਾਡੇ ਮਨ ਨੂੰ ਛੱਡਦੇ ਨਹੀਂ ਜਿੰਨਾ ਸਮਾਂ ਹੋਰ ਆਕਾਰ, ਹੋਰ ਜੂਨ ਦੇ ਵਿੱਚ ਨਹੀਂ ਪਾ ਦਿੰਦੇ। ਹੁਣ ਇਸ ਲਈ ਆਪਾਂ ਨੂੰ ਸਮਝਾਉਂਦੇ ਵੀ ਇਹ ਰੋਜ਼ ਦੀ ਰੋਜ਼ ਦਾ ਖੇਲ ਹੈ, ਦਿਨ ਤੇ ਰਾਤ ਦਾ, ਦਿਵਸ ਰਾਤ ਦੋਇ ਦਾਈ ਦਾ ਆ, ਖੇਲੈ ਸਗਲ ਜਗਤ। ਹੁਣ ਆਪਾਂ ਖੇਲਣ ਵਾਸਤੇ ਆ ਗਏ ਤੇ ਹੁਣ ਅਸੀਂ ਰਸਤਾ ਭੁੱਲ ਗਏ ਵੀ ਅਸੀਂ ਆਪਦੇ ਹੁਣ ਘਰ ਨੂੰ ਵਾਪਸ ਜਾਣਾ ਕਿਵੇਂ, ਆਪਣੇ ਦੇਸ਼ ਨੂੰ ਕਿਵੇਂ ਜਾਣਾ ਅਸੀਂ ਵਾਪਸ, ਉਹ ਅਸੀਂ ਇੱਥੇ ਆ ਕੇ ਰਾਹ ਭੁੱਲ ਜਾਂਦੇ। ਜਿਸ ਵਰਥਾਏ ਮਹਾਰਾਜ ਕਹਿੰਦੇ ਪੰਥਾ ਪ੍ਰੇਮ ਨਾ ਜਾਣੀ, ਭੂਲੀ ਫਿਰੇ ਗਵਾਰ। ਪੰਥ ਕਹਿੰਦੇ ਰਸਤੇ ਨੂੰ, ਵੀ ਜਿਹੜਾ ਰਸਤਾ ਸਾਡੇ ਘਰ ਨੂੰ ਵਾਪਸ ਜਾਂਦਾ ਸੀ, ਉਹ ਇੱਥੇ ਆ ਕੇ ਅਸੀਂ ਰਾਹ ਭੁੱਲ ਗਏ ਤੇ ਇੱਥੇ ਦੇ ਵਾਸੀ ਬਣ ਕੇ ਰਹਿ ਗਏ। ਹੁਣ ਇੱਥੇ ਫਿਰ ਦੁੱਖ ਹੈ, ਕਿਉਂਕਿ ਪਰਦੇਸ ਹੈ। ਪਰਦੇਸ ਦੇ ਵਿੱਚ ਜਦੋਂ ਕਿਤੇ 2-4 ਜੀਵ ਇਕੱਠੇ ਹੁੰਦੇ, ਇੱਕ ਆਪਣਾ ਦੁੱਖ ਦੱਸਦਾ, ਦੂਜਾ ਵੀ ਦੱਸਦਾ ਬਈ ਮੈਂ ਤਾਂ ਤੇਰੇ ਨਾਲੋਂ ਵੀ ਵੱਧ ਦੁਖੀ ਹਾਂ। ਤੇ ਮਹਾਰਾਜ ਕਹਿੰਦੇ ਵੀ ਇਹ ਦੁਖੀ ਕਾਹਤੋਂ ਨੇ, ਇਹ ਦੁਖੀ ਇਸ ਕਰਕੇ ਵੀ ਇਹ ਇਸ ਲੋਕ ਦੇ ਵਾਸੀ ਬਣ ਕੇ ਰਹਿ ਗਏ, ਆਪਣੇ ਦੇਸ਼ ਨੂੰ ਭੁੱਲ ਗਏ, ਆਪਣੇ ਘਰ ਨੂੰ ਭੁੱਲ ਗਏ, ਆਪਣੇ ਮਾਤਾ ਪਿਤਾ ਨੂੰ ਭੁੱਲ ਗਏ, ਤਾਂ ਕਰਕੇ ਇਹ ਦੁਖੀ ਹੋ ਰਹੇ। ਸਤਿਗੁਰੂ ਫਰਮਾਉਂਦੇ ਮਨ ਪਰਦੇਸੀ ਜੇ ਥੀਏ, ਸਭ ਦੇਸ਼ ਪਰਾਇਆ, ਕਿਸ ਪੇ ਖੋਲੋਂ ਗੰਠੜੀ ਦੁਖੀ ਪਰ ਆਇਆ। ਮਹਾਰਾਜ ਕਹਿੰਦੇ ਜਿਹਨੂੰ ਵੀ ਦੇਖਦੇ ਦੁੱਖਾਂ ਦੀ ਗੰਢ ਹੀ ਖੋਲ੍ਹਦਾ, ਪੰਡਾਂ ਭਰੀ ਫਿਰਦੇ ਦੁੱਖਾਂ ਦੀਆਂ। ਹੁਣ ਇਹ ਦੁਖੀ ਕਾਹਤੋਂ ਨੇ, ਦੁਖੀ ਇਸ ਕਰਕੇ ਵੀ ਇਹ ਆਪਣਾ ਪਿਛੋਕੜ ਭੁੱਲ ਗਏ ਨੇ ਸਾਰੇ, ਵੀ ਅਸੀਂ ਕੌਣ, ਕਿੱਥੋਂ ਆਏ ਹਾਂ, ਤਾਂ ਕਰਕੇ ਦੁਖੀ। ਹੁਣ ਸਤਿਗੁਰੂ ਫਿਰ ਆਪਾਂ ਨੂੰ ਇਸ ਲਈ ਸਮਝਾਉਂਦੇ ਵੀ ਜੇ ਤੁਸੀਂ ਸੁਖੀ ਹੋਣਾ ਤੇ ਫਿਰ ਤੁਸੀਂ ਆਪਦੇ ਘਰ ਵਾਪਸ ਆਓ। ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਹੁਣ ਅਸੀਂ ਸੁੱਖ ਲੱਭਦੇ ਹਾਂ ਇੱਧਰੋਂ ਪਰਦੇਸ ਦੇ ਵਿੱਚੋਂ, ਇੱਥੇ ਸੁੱਖ ਮਿਲਦਾ ਨਹੀਂ। ਮਹਾਰਾਜ ਕਹਿੰਦੇ ਸੁੱਖ ਤੁਹਾਡੇ ਘਰ ਹੈ, ਤੁਸੀਂ ਆਪਦੇ ਘਰ ਆ ਜਾਓ ਜੀ ਸੁੱਖ ਲੈਣਾ। ਹੁਣ ਘਰ ਦਾ ਸਾਨੂੰ ਗਿਆਨ ਨਹੀਂ, ਸਾਨੂੰ ਦੱਸੇ ਕੌਣ ਵੀ ਉਹ ਘਰ ਸਾਡਾ ਹੈ ਕਿੱਥੇ ਹੈ, ਕਿਉਂਕਿ ਅਸੀਂ ਤਾਂ ਘਰ ਨਹੀਂ ਭੁੱਲ ਗਏ। ਅਸੀਂ ਘਰ ਦਾ ਦਰਵਾਜ਼ਾ ਵੀ ਭੁੱਲ ਗਏ। ਸਾਨੂੰ ਹੁਣ ਕੌਣ ਦੱਸੇ ਵੀ ਉਹ ਘਰ ਨੂੰ ਕਿਹੜਾ ਦਰਵਾਜ਼ਾ ਲੱਗਿਆ, ਕਿਹੜਾ ਜਿੰਦਰਾ ਲੱਗਿਆ,
ਤੇ ਕਿਵੇਂ ਅਸੀਂ ਉਹ ਦਰ ਨੂੰ ਖੋਲ੍ਹ ਕੇ ਘਰ ਚੱਲੀਏ ਜਾਈਏ ਤਾਂ ਕਿ ਅਸੀਂ ਸੁਖੀ ਹੋ ਜਾਈਏ। ਇਹ ਸਾਰਾ ਕੁਝ ਫਿਰ ਆਪਾਂ ਨੂੰ ਗੁਰਮੁਖਾਂ ਨੇ ਦੱਸਣਾ, ਜਿਨ੍ਹਾਂ 'ਤੇ ਮਾਲਕ ਨੇ ਕਿਰਪਾ ਕੀਤੀ, ਜਿਨ੍ਹਾਂ ਨੂੰ ਆਪਣੇ ਘਰ ਦਾ ਭੇਤ ਦਿੱਤਾ, ਜਿਨ੍ਹਾਂ ਨੂੰ ਘਰ ਬੁਲਾਇਆ, ਉਹਨਾਂ ਨੂੰ ਫਿਰ ਗੁਰਬਾਣੀ 'ਚ ਗੁਰਮੁਖ ਕਹਿੰਦੇ ਨੇ। ਗੁਰਮੁਖਾਂ ਨੂੰ ਮਾਲਕ ਆਪ ਹੀ ਨਿੱਜ ਮਹਿਲ 'ਚ ਬੁਲਾ ਲੈਂਦਾ। ਜਦੋਂ ਗੁਰਮੁਖ ਜਾਂਦੇ ਉੱਥੇ ਫਿਰ ਖੁਸ਼ੀ ਦੇ ਬਾਜੇ ਵੱਜਣ ਲੱਗਦੇ, ਅਨਹਦ ਵਾਜੇ ਸਤਿਕਾਰ ਵਜੋਂ ਵੀ ਬੱਚਾ ਘਰ ਆਇਆ। ਮਹਾਰਾਜ ਕਹਿੰਦੇ ਗੁਰਮੁਖ ਜਾਏ ਮਿਲੇ ਨਿਜ ਮਹਿਲੀ, ਅਨਹਦ ਸ਼ਬਦ ਵਜਾਵੇ ਗੋ, ਜੀ ਜੰਤ ਸਭ ਸ੍ਰੇਸ਼ਟ ਪਾਈ ਗੁਰਮੁਖ ਸੋਭਾ ਪਾਵੇ ਕੋ, ਬੈਨ ਗੁਰ ਭੇਟੇ ਕੋ ਮਹਿਲ ਨਾ ਪਾਏ, ਆਏ ਜਾਏ ਦੁੱਖ ਪਾਵੇ ਕੋ। ਜਿਨ੍ਹਾਂ ਗੁਰਮੁਖਾਂ 'ਤੇ ਪ੍ਰਸੰਨ ਹੋਏ ਉਹਨਾਂ ਨੂੰ ਘਰ ਬੁਲਾ ਲਿਆ, ਘਰ ਬੁਲਾ ਕੇ ਉਹਨਾਂ ਨੂੰ ਭੇਜ ਦੇ ਦਿੱਤਾ ਆਪਣੇ ਘਰ 'ਚ। ਬਾਕੀ ਸਾਰਿਆਂ ਲਈ ਸਾਨੂੰ ਹੁਕਮ ਕਰ ਦਿੱਤਾ ਬਈ ਜੇ ਤੁਸੀਂ ਘਰ ਵਾਪਸ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਤੋਂ ਪੁੱਛ ਕੇ, ਗੁਰਮੁਖਾਂ ਤੋਂ, ਇਹਨਾਂ ਦਾ ਸੰਗ ਕਰਕੇ ਤੁਸੀਂ ਘਰ ਵਾਪਸ ਆ ਸਕਦੇ ਹੋ, ਨਹੀਂ ਤਾਂ ਅਸੀਂ ਘਰ ਵਾਪਸ ਨਹੀਂ ਜਾ ਸਕਦੇ। ਬੈਨ ਗੁਰ ਭੇਟੇ ਕੋ ਮਹਿਲ ਨਾ ਪਾਏ, ਆਏ ਜਾਏ ਦੁੱਖ ਪਾਵੇ ਗੋ, ਵੀ ਅਸੀਂ ਫਿਰ ਦੁੱਖ ਹੀ ਪਾਵਾਂਗੇ, ਅਸੀਂ ਆਉਂਦੇ ਜਾਂਦੇ ਰਵਾਂਗੇ ਜੂਨਾਂ 'ਚ, ਕਿਉਂਕਿ ਜਦ ਤੱਕ ਸਾਨੂੰ ਘਰ ਦਾ ਭੇਤ ਨਹੀਂ ਆਉਂਦਾ। ਹੁਣ ਇਸ ਵਾਸਤੇ ਫਿਰ ਘਰ ਦਾ ਸਾਨੂੰ ਭੇਤ ਆਉਣਾ ਸਤ ਸੰਗਤ ਦੇ ਵਿੱਚ ਆ ਕੇ। ਸਤ ਸੰਗਤ ਦੀ ਵੀ ਸਾਨੂੰ ਪਹਿਚਾਣ ਦੱਸੀ ਵੀ ਸਤ ਸੰਗਤ ਕਹਿੰਦੇ ਕਿਹਨੂੰ। ਸੰਗਤ ਆ ਜਿੱਥੇ ਚਾਰ ਜੀਵ ਇਕੱਠੇ ਹੋਣ ਉਹਨੂੰ ਵੀ ਸੰਗਤ ਕਹਿੰਦੇ, ਪਰ ਉੱਥੇ ਵਿਚਾਰ ਕੀ ਹੁੰਦੀ? ਜੇ ਉੱਥੇ ਵਿਚਾਰਾਂ ਹੀ ਨਿੰਦਿਆ ਚੁਗਲੀ ਹੋ ਰਹੀ, ਵੈਰ ਵਿਰੋਧ ਦੀ ਗੱਲ ਹੋ ਰਹੀ, ਉਹਦੇ ਨਾਲ ਸਾਡੇ ਮਨ 'ਤੇ ਹੋਰ ਮੈਲ ਲੱਗੇਗੀ, ਸਾਡਾ ਮਨ ਹੋਰ ਦੁਖੀ, ਹੋਰ ਅਸ਼ਾਂਤ ਹੋ ਜਾਏਗਾ। ਸਤ ਸੰਗਤ ਫਿਰ ਕਹਿੰਦੇ ਜਿੱਥੇ ਕੇਵਲ ਪਰਮਾਤਮਾ ਦੇ ਗੁਣ ਗਾਏ ਜਾਂਦੇ, ਉਹਨੂੰ ਸੰਤ ਮੰਡਲੀ ਦਾ ਨਾਂ ਦਿੱਤਾ। ਜਿਵੇਂ ਆਪਾਂ ਇਕੱਠੇ ਹੋ ਕੇ ਸਿਮਰਨ ਕਰਦੇ ਹਾਂ ਨਾ ਸਾਰੇ, ਉਦੋਂ ਕਹਿੰਦੇ ਵੀ ਇਹ ਸੰਤਾਂ ਦੀ ਮੰਡਲੀ, ਵੀ ਇਹ ਇਕੱਠੀ ਹੋ ਕੇ ਮਾਲਕ ਦੇ ਗੁਣ ਗਾਉਂਦੀ। ਤੇ ਮਹਾਰਾਜ ਕਹਿੰਦੇ ਸੰਤ ਮੰਡਲ ਤਹਾਂ ਕਾ ਨਾਉ, ਕੇਵਲ ਪਾਰ ਬ੍ਰਹਮ ਗੁਣ ਗਾਓ। ਵੀ ਸਤ ਸੰਗਤ ਕਿਹਨੂੰ ਕਹਿੰਦੇ? ਜਿੱਥੇ ਕੇਵਲ ਪਾਰ ਬ੍ਰਹਮ ਪਰਮਾਤਮਾ ਦੇ ਗੁਣ ਗਾਏ ਜਾਂਦੇ, ਜਿੱਥੇ ਸਿਮਰਨ ਅਭਿਆਸ ਹੁੰਦਾ, ਜਿੱਥੇ ਕਿਸੇ ਦੀ ਬੁਰਾਈ ਨਹੀਂ, ਜਿੱਥੇ ਮਾਲਕ ਨੂੰ ਮਿਲਾਪ ਦਾ ਰਸਤਾ ਦੱਸਿਆ ਜਾਂਦਾ, ਉਹਨੂੰ ਸਤ ਸੰਗਤ ਕਹਿੰਦੀ। ਤੇ ਮਹਾਰਾਜ ਕਹਿੰਦੇ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਖਾਣੀ ਹੈ। ਵੀ ਜਿੱਥੇ ਨਾਮ ਦਾ ਵਖਿਆਨ ਹੁੰਦਾ ਉਹਨੂੰ ਸਤ ਸੰਗਤ ਸਮਝੋ। ਹੁਣ ਜੇ ਆਪਾਂ ਆਮ ਜੀਵ ਨੂੰ ਆਖੀ ਵੀ ਸੰਗਤ ਕਰੋ, ਉਹ ਕਹਿੰਦੇ ਸੰਗਤ ਅਸੀਂ ਕਰਦੇ ਹਾਂ ਜੀ, ਅਸੀਂ ਗੁਰਬਾਣੀ ਵੀ ਪੜ੍ਹਦੇ ਹਾਂ, ਗੁਰਦੁਆਰੇ ਵੀ ਜਾਂਦੇ ਹਾਂ, ਸੇਵਾ ਵੀ ਕਰਦੇ ਹਾਂ, ਹੋਰ ਵੀ ਬਹੁਤ ਥਾਵਾਂ 'ਤੇ ਜਾਂਦੇ। ਹੁਣ ਆਪਾਂ ਇਹ ਦੇਖਣਾ ਵੀ ਸਾਨੂੰ ਨਾਮ ਦਾ ਭੇਤ ਆਇਆ ਕਿ ਨਹੀਂ ਆਇਆ, ਕਿਉਂਕਿ ਸਤ ਸੰਗਤ 'ਚ ਤਾਂ ਵਿਚਾਰ ਹੀ ਨਾਮ ਦੀ ਹੋਣੀ ਸਾਰੀ। ਜੇ ਹੁਣ ਸਾਨੂੰ ਨਾਮ ਦਾ ਹੀ ਨਹੀਂ ਭੇਤ ਹਜੇ ਤੱਕ ਆਇਆ, ਫਿਰ ਸਮਝ ਲਓ ਸਾਨੂੰ ਸਤ ਸੰਗਤ ਮਿਲੀ ਹੋਈ ਨਹੀਂ। ਕਿਉਂਕਿ ਸਤ ਸੰਗਤ ਦੇ ਵਿੱਚ ਕੋਈ ਸਾਨੂੰ ਦੁਬਦਾ ਦੀ ਗੱਲ ਨਹੀਂ ਸਿਖਾਈ ਜਾਣੀ, ਕੋਈ ਸਾਨੂੰ ਕਿਸੇ ਦੀ ਨਿੰਦਿਆ ਨਹੀਂ ਸੁਣਾਈ ਜਾਣੀ। ਸਤ ਸੰਗਤ ਦੇ ਵਿੱਚ ਤਾਂ ਪਰਮਾਤਮਾ ਵਾਹਿਗੁਰੂ ਨੂੰ ਮਿਲਾਪ ਦੀ ਗੱਲ ਚੱਲਣੀ ਹੈ ਸਾਰੀ, ਵੀ ਕਿਵੇਂ ਅਸੀਂ ਵਿਛੜੇ ਹਾਂ ਅਤੇ ਕਿਵੇਂ ਅਸੀਂ ਮਿਲਣਾ, ਅਸੀਂ ਕੌਣ ਹਾਂ, ਕਿੱਥੋਂ ਆਏ ਹਾਂ, ਕਿੱਥੇ ਜਾਣਾ, ਇਹ ਸਾਰੀ ਵਿਚਾਰ ਹੋਣ। ਹੁਣ ਜੇ ਸਾਨੂੰ ਹਜੇ ਤੱਕ ਆਪਦੇ ਘਰ ਦਾ ਹੀ ਨਹੀਂ ਭੇਤ ਆਇਆ, ਨਾਮ ਦਾ ਹੀ ਭੇਤ ਨਹੀਂ ਆਇਆ, ਫਿਰ ਸਮਝ ਲਓ ਸਾਨੂੰ ਸਤ ਸੰਗਤ ਮਿਲੀ ਨਹੀਂ ਹੈ। ਕਿਉਂਕਿ ਜਿਨ੍ਹਾਂ ਨੂੰ ਮਿਲ ਜਾਂਦੀ, ਮਹਾਰਾਜ ਕਹਿੰਦੇ ਉਹ ਤਾਂ ਤਰ ਜਾਂਦੇ ਨੇ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇੱਕ ਸਤ ਸੰਗਤ ਹੁੰਦੀ ਜਿਹਨੂੰ ਸਤਸਰ ਸਰੋਵਰ ਕਹਿੰਦੇ, ਇੱਕ ਹੁੰਦਾ ਛਪੜ। ਜਿਵੇਂ ਇੱਕ ਬਗਲਾ ਹੁੰਦਾ ਹੈ,
ਇੱਕ ਹੰਸ ਹੁੰਦਾ, ਹੁੰਦੇ ਤਾਂ ਚਿੱਟੇ ਰੰਗ ਦੇ ਨੇ, ਪਰ ਉਹਨਾਂ ਦੀ ਖੁਰਾਕ ਵੱਖੋ ਵੱਖਰੀ ਹੈ। ਬਗਲੇ ਨੇ ਛੱਪੜ 'ਤੇ ਰਹਿਣਾ, ਅਤੇ ਜਿੱਥੇ ਰਹਿੰਦੇ ਉੱਥੇ ਗੰਦਗੀ ਖਿਲਾਰ ਦਿੰਦੇ। ਜਿਹੜੇ ਹੰਸ ਨੇ ਉਹਨਾਂ ਨੇ ਮਾਨ ਸਰੋਵਰ 'ਤੇ ਰਹਿਣਾ, ਅਤੇ ਉਹਨਾਂ ਦੀ ਖੁਰਾਕ ਹੈ ਮੋਤੀ। ਅਤੇ ਜਿਹੜਾ ਬਗਲਾ ਉਹਨੇ ਡੱਡੂ ਮੱਛੀਆਂ ਖਾਣੀਆਂ, ਉਹਨੇ ਗੰਦਗੀ ਖਾਣੀ। ਹੁਣ ਆਵਾ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਜੇ ਤਾਂ ਅੱਗੇ ਤੀਰਥ ਹੋਵੇ ਫਿਰ ਤਾਂ ਸਾਡੇ ਮਨ ਦੀ ਮੈਲ ਲੈਂਦੀ, ਜੇ ਤਾਂ ਸਤਿਸਰ ਸਰੋਵਰ ਹੈ ਫਿਰ ਤਾਂ ਸਾਡਾ ਮਨ ਹਲਕਾ ਹੋ ਜਾਏਗਾ, ਸਾਡੇ ਮਨ ਦੀ ਮੈਲ ਉਤਰ ਜਾਏਗੀ। ਅਤੇ ਜੇ ਅੱਗੇ ਛੱਪੜ ਹੈ ਫਿਰ ਸਾਡੇ ਉੱਤੇ ਹੋਰ ਮੈਲ ਚੜ੍ਹ ਜਾਏਗੀ, ਅਸੀਂ ਹੋਰ ਦੁਖੀ, ਹੋਰ ਅਸ਼ਾਂਤ ਹੋ ਜਾਵਾਂਗੇ। ਮਹਾਰਾਜ ਇਸ ਲਈ ਫਰਮਾਉਂਦੇ ਜੇ ਅੱਗੇ ਤੀਰਥ ਹੋਏ ਤਾਂ ਮਲ ਲਹੇ, ਛਾਪੜ ਨਾਤੇ ਸਗਵੀ ਮਲ ਲਾਈ। ਤੀਰਥ ਪੂਰਾ ਸਤਿਗੁਰੂ ਜੋ ਆਂਦਨ ਹਰ ਹਰ ਨਾਮ ਤੇ ਆਏ। ਹੁਣ ਆਪਾਂ ਨੂੰ ਕਹਿੰਦੇ ਜੇ ਛੱਪੜ 'ਚ ਵੜੋਗੇ, ਬਾਹਰ ਛੱਪੜ ਹੈ, ਆਪਾਂ ਵਿੱਚ ਵੜ ਜਾਵਾਂਗੇ ਤਾਂ ਗੰਦਗੀ ਪੈ ਜਾਣੀ ਆਪਣੇ ਇੱਥੇ। ਹੁਣ ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਕਹਿੰਦੇ ਵੀ ਜਿੱਥੇ ਨਿੰਦਿਆ ਚੁਗਲੀ ਹੁੰਦੀ, ਜਿੱਥੇ ਈਰਖਾ ਦੀ ਨਫ਼ਰਤ ਦੀ ਗੱਲ ਹੁੰਦੀ, ਜਿੱਥੇ ਹਉਮੈ ਹੰਕਾਰ ਦੀ ਗੱਲ ਹੁੰਦੀ, ਉਹ ਛੱਪੜ। ਜੇ ਅਸੀਂ ਉੱਥੇ ਜਾਵਾਂਗੇ ਅਤੇ ਉੱਥੋਂ ਜੇ ਅਸੀਂ ਇਹ ਵਿਚਾਰਾਂ ਸੁਣਾਂਗੇ ਤਾਂ ਸਾਡੇ ਮਨ 'ਤੇ ਹੋਰ ਮੈਲ ਚੜ੍ਹ ਜਾਏਗੀ। ਇਸ ਲਈ ਫਿਰ ਆਪਾਂ ਨੂੰ ਕਹਿੰਦੇ ਵੀ ਐਸੀ ਸਤ ਸੰਗਤ ਲੱਭੋ ਜਿਹਨੂੰ ਸਤਿਸਰ ਸਰੋਵਰ ਕਹਿੰਦੇ, ਜਿੱਥੇ ਜਾ ਕੇ ਸਾਡੇ ਮਨ ਅਤੇ ਮਨ ਦਾ ਤਨ ਦੋਵੇਂ ਧੋਤੇ ਜਾਂਦੇ। ਜੇ ਅਸੀਂ ਛੱਪੜ 'ਚ ਜਾਵਾਂਗੇ ਕਹਿੰਦੇ ਉੱਥੋਂ ਕੀ ਲੱਭੋਗੇ, ਉੱਥੇ ਤਾਂ ਤੁਹਾਡੇ 'ਤੇ ਹੋਰ ਚਿੱਕੜ ਪੈ ਜੇ। ਮਹਾਰਾਜ ਇਸ ਲਈ ਫਰਮਾਉਂਦੇ ਫਰੀਦਾ ਸੋਈ ਸਰਬਰ ਢੂੰਡ ਲਿਹੋ, ਜਿੱਥੋਂ ਲੱਭੀ ਵੱਥ ਛੱਪੜ ਢੂੰਡੇ ਕਿਆ ਹੋਏ ਚਿੱਕੜ ਡੁੱਬੇ ਹੱਥ। ਜੇ ਹੁਣ ਅਸੀਂ ਛੱਪੜ 'ਚ ਵੜਾਂਗੇ ਚਿੱਕੜ ਹੀ ਪੈਣਾ ਉੱਥੇ, ਉੱਥੋਂ ਲੱਭਣਾ ਕੀ ਹੈ, ਕੁਛ ਵੀ ਨਹੀਂ। ਹੁਣ ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਇੱਕ ਸਤਿਸਰ ਹੈ ਸਰੋਵਰ। ਗੁਰਬਾਣੀ ਗੁਰੂ ਨੂੰ ਅੰਮ੍ਰਿਤਸਰ ਦਾ ਨਾਂ ਦਿੱਤਾ ਅਤੇ ਸਤ ਸੰਗਤ ਨੂੰ ਸਤਿਸਰ ਦਾ ਨਾਂ ਦਿੱਤਾ। ਜਦੋਂ ਫਿਰ ਅਸੀਂ ਸਤ ਸੰਗਤ ਦੇ ਵਿੱਚ ਆਉਂਦੇ, ਸੱਚ ਦੇ ਨਾਮ ਦੀ ਆਪਾਂ ਵਿਚਾਰ ਕਰਦੇ ਹਾਂ, ਇਹਦੇ ਨਾਲ ਫਿਰ ਜਿਹੜਾ ਸਾਡਾ ਮਨ ਪਹਿਲਾਂ ਕਾਲਾ ਸ਼ਾਹ ਹੋ ਚੁੱਕਿਆ, ਕਾਂ ਦੀ ਨਿਆਈ ਹੋ ਚੁੱਕੀ, ਇਹਦੇ 'ਤੇ ਇੰਨੀ ਮੈਲ ਚੜ੍ਹ ਗਈ ਜੋ ਮਹਾਰਾਜ ਫਰਮਾਉਂਦੇ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੂਆ ਸ਼ਾਹ, ਵੀ ਸ਼ਾਹ ਕਾਲਾ ਹੋ ਗਿਆ ਕਾਂ ਵਰਗਾ। ਹੁਣ ਜੇ ਕਾਂ ਸਤਿਸਰ ਸਰੋਵਰ 'ਚ ਆ ਜਾਵੇ ਤਾਂ ਕਾਂ ਤੋਂ ਹੰਸ ਬਣ ਸਕਦਾ। ਇਹ ਸਤ ਸੰਗਤ ਦੀ ਵਡਿਆਈ ਹੈ। ਮਹਾਰਾਜ ਫਰਮਾਉਂਦੇ ਅੰਮ੍ਰਿਤਸਰ ਸਤਿਗੁਰ ਸੱਤੇਵਾਦੀ, ਜਿਤ ਨਾਤੇ ਕਊਆ ਹੰਸ ਹੋਏ। ਜਿਵੇਂ ਉਹ ਆਪਾਂ ਪਹਿਲਾਂ ਦੇਖਦੇ ਹੁੰਦੇ ਸੀ ਨਾ, ਉਹ ਕੈਲੰਡਰ ਬਣੇ ਹੁੰਦੇ ਸੀ, ਉਹ ਇੱਕ ਛੱਪੜੀ ਬਣਾਈ ਹੁੰਦੀ ਸੀ ਉਹਦੇ 'ਤੇ, ਉਹ 'ਚ ਕਾਲੇ ਕਾਂ ਵੜਦੇ ਸੀ ਅਤੇ ਚਿੱਟੇ ਉਹ ਨਿਕਲੀ ਜਾਂਦੇ ਸੀ। ਉਹ ਫੋਟੋ ਬਣਾਈ ਹੁੰਦੀ ਸੀ। ਉਹ ਆਪਾਂ ਪਹਿਲਾਂ ਸੋਚਦੇ ਸੀ ਵੀ ਸ਼ਾਇਦ ਵੀ ਕਾਲਿਆਂ ਤੋਂ ਚਿੱਟੇ ਪਤਾ ਨਹੀਂ ਕਿਵੇਂ ਹੋ ਜਾਂਦੇ। ਉਹ ਆਹ ਹੈ ਜੋ ਗੁਰਬਾਣੀ 'ਚ ਆਪਾਂ ਨੂੰ ਦੱਸਿਆ ਵੀ ਸਾਡਾ ਮਨ ਹੈ ਜਿਹੜਾ ਇਹ ਕਾਲਾ ਹੋ ਜਾਂਦਾ, ਪਹਿਲਾਂ ਕਾਂ ਦੇ ਨਿਆਈ ਹੋ ਜਾਂਦਾ, ਮੈਲਾ ਹੋ ਜਾਂਦਾ, ਇਹਦੇ 'ਤੇ ਮੈਲ ਚੜ੍ਹ ਜਾਂਦੀ, ਹਉਮੈ ਦੀ, ਹੰਕਾਰ ਦੀ, ਦੁਰਮਤ ਦੀ। ਜਦੋਂ ਅਸੀਂ ਸਤ ਸੰਗਤ 'ਚ ਆਉਂਦੇ ਸਰੋਵਰ ਦੇ ਵਿੱਚ, ਫਿਰ ਇੱਥੇ ਸਾਡਾ ਮਨ ਕਾਂ ਤੋਂ ਹੰਸ ਬਣ ਜਾਂਦਾ, ਕਾਲੇ ਤੋਂ ਇਹ ਚਿੱਟਾ ਹੋ ਜਾਂਦਾ। ਜਿਹੜੇ ਵੀ ਜੀਵ ਸਤ ਸੰਗਤ ਕਰਦੇ, ਸਿਮਰਨ ਕਰਦੇ, ਜੋ ਸਤਿਗੁਰੂ ਸਾਨੂੰ ਕਹਿੰਦੇ ਉਹ ਅਸੀਂ ਗੁਰੂ ਦੀ ਮੱਤ ਲੈ ਕੇ ਚੱਲਦੇ ਹਾਂ, ਸਾਡੇ ਜਿਹੜੇ ਮਨ ਨੇ ਉਹ ਉਜਲ ਹੋ ਜਾਣਗੇ। ਜੇ ਕਾਂ ਹੋ ਵੀ ਗਿਆ, ਕਾਂ ਤੋਂ ਵੀ ਹੰਸ ਬਣ ਸਕਦਾ। ਇਹ ਵਡਿਆਈ ਹੈ ਸਤਿਸਰ ਸਤ ਸੰਗਤ ਦੀ, ਸਰੋਵਰ ਦੀ। ਸੋ ਇਸ ਵਾਸਤੇ ਫਿਰ ਜਦੋਂ ਆਪਾਂ ਸਤ ਸੰਗਤ 'ਚ ਆਉਂਦੇ, ਇਹ ਸਤਿਗੁਰ ਦਾ ਸਕੂਲ ਹੈ ਅਤੇ ਇੱਥੇ ਫਿਰ ਸਾਰੀ ਇਹ ਸਾਡੇ ਮਨ ਦੀ ਕਹਾਣੀ ਚੱਲਦੀ। ਇੱਥੇ ਆਪਾਂ ਨੂੰ ਆਪਣੇ ਜਿਹੜੇ ਮਾਤਾ ਪਿਤਾ ਦੇ ਗੁਣ ਨੇ ਉਹ ਗੁਣ ਦੱਸੇ ਜਾਂਦੇ, ਉਹਨਾਂ ਗੁਣਾਂ ਤੋਂ ਜਾਣੂ ਕਰਾਇਆ ਜਾਂਦਾ ਵੀ ਤਾਂ ਕਿ ਉਹੀਓ ਗੁਣ ਜਿਹੜੇ ਸਾਡੇ ਮਾਤਾ ਪਿਤਾ 'ਚ ਨੇ ਵਾਹਿਗੁਰੂ ਦੇ ਵਿੱਚ, ਉਹੀਓ ਸਾਡੇ ਵਿੱਚ ਆ ਜਾਣ।
ਮਹਾਰਾਜ ਇਸ ਲਈ ਫਰਮਾਉਂਦੇ, ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾਂ। ਬਈ ਇਹ ਸਤ ਸੰਗਤ ਸਤਿਗੁਰ ਦਾ ਸਕੂਲ ਹੈ। ਸਤਿਗੁਰਾਂ ਦੇ ਸਕੂਲ 'ਚ ਫਿਰ ਇਹ ਪੜ੍ਹਾਈ ਚੱਲਦੀ, ਇਹਨੂੰ ਬ੍ਰਹਮ ਵਿੱਦਿਆ ਕਹਿੰਦੇ, ਬ੍ਰਹਮ ਦਾ ਗਿਆਨ। ਸਾਰੀ ਗੁਰਬਾਣੀ ਗੁਰੂ 1430 ਅੰਗੇ ਬ੍ਰਹਮ ਦਾ ਗਿਆਨ ਹੈ। ਜੇ ਸਾਨੂੰ ਬ੍ਰਹਮ ਦਾ ਗਿਆਨ ਹੋ ਜਾਏਗਾ, ਸਾਡੇ ਮਨ ਜਿਹੜੇ ਸੀਤਲ ਹੋ ਜਾਣਗੇ, ਕਾਂ ਤੋਂ ਹੰਸ ਬਣ ਜਾਣਗੇ। ਮਹਾਰਾਜ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ, ਜਦੋਂ ਅਸੀਂ ਸਤਿਗੁਰਾਂ ਦੇ ਸਕੂਲ 'ਚ ਆਉਂਦੇ ਹਾਂ, ਵੀ ਜੋ ਸਾਡਾ ਮਾਤਾ ਪਿਤਾ ਹੈ ਉਹ ਨਿਰਭਉ ਹੈ, ਉਹ ਨਿਰਵੈਰ ਹੈ, ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ। ਉਹ ਮਿੱਠ ਬੋਲੜਾ ਹੈ, ਹਮੇਸ਼ਾ ਉਹ ਮਿੱਠਾ ਹੀ ਬੋਲਦਾ ਹੈ, ਕੌੜਾ ਬੋਲਦਾ ਨਹੀਂ। ਜਿਹੜੇ ਔਗਣ ਨੇ ਉਹ ਔਗਣ ਸਾਡੇ ਚਿਤਾਰਦਾ ਨਹੀਂ। ਜਦੋਂ ਅਸੀਂ ਸ਼ਰਨ 'ਚ ਆਉਂਦੇ ਹਾਂ ਫਿਰ ਸਾਨੂੰ ਗੱਲ ਨਾਲ ਲਾ ਲੈਂਦਾ। ਮਹਾਰਾਜ ਇਸ ਲਈ ਫਰਮਾਉਂਦੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋ ਸੰਭਲ ਥਕੀ ਜੋ ਕਦੇ ਨਾ ਬੋਲੇ ਕੌੜਾ। ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ, ਔਗਣ ਕੋ ਨਾ ਚਿਤਾਰੀ। ਬਈ ਉਹ ਸਾਡੇ ਔਗਣ ਨਹੀਂ ਚਿਤਾਰਦਾ। ਜਦੋਂ ਅਸੀਂ ਸਤਸੰਗ 'ਚ ਆ ਜਾਂਦੇ ਹਾਂ, ਉਹ ਫਿਰ ਸਾਨੂੰ ਆਪਦੇ ਨਾਲ ਜੋੜ ਲੈਂਦਾ, ਮਿਲਾ ਲੈਂਦਾ। ਇਹੋ ਗੁਣ ਫਿਰ ਜਦੋਂ ਆਪਾਂ ਸਿਮਰਨ ਕਰਦੇ ਹਾਂ, ਸਤ ਸੰਗਤ ਕਰਦੇ ਹਾਂ, ਇਹੋ ਗੁਣ ਮਾਲਕ ਵਾਲੇ ਉਹ ਗੁਰਮੁਖਾਂ ਦੇ ਵਿੱਚ ਆ ਜਾਂਦੇ, ਹਰੀ ਦੇ ਜਨਾਂ ਦੇ ਵਿੱਚ। ਤਾਂਹੀਓ ਕਹਿੰਦੇ ਹਰ ਜਨ, ਬਈ ਹਰੀ ਦੇ ਜਨ 'ਚ ਕੋਈ ਫਰਕ ਨਹੀਂ, ਵੀ ਉਹਨਾਂ ਦਾ ਸੁਭਾਅ ਇੱਕੋ ਜਿਹਾ ਹੋ ਜਾਂਦਾ। ਗੁਰਮੁਖ ਵੀ ਮਿੱਠ ਬੋਲੜੇ ਹੁੰਦੇ, ਉਹ ਵੀ ਮਿੱਠਾ ਬੋਲਦੇ, ਕੌੜਾ ਨਹੀਂ ਬੋਲਦੇ, ਫਿੱਕਿਆ ਨਹੀਂ ਬੋਲਦੇ ਕਿਸੇ। ਔਗਣ ਨੇ ਜਿਹੜੇ ਔਗਣ, ਉਹ ਕਿਸੇ 'ਤੇ ਦੇਖਦੇ ਨਹੀਂ। ਜਦੋਂ ਅਸੀਂ ਉਹਨਾਂ ਦੀ ਸ਼ਰਨ 'ਚ ਆ ਜਾਂਦੇ, ਉਹ ਸਾਨੂੰ ਗੱਲ ਨਾਲ ਲਾ ਲੈਂਦੇ, ਲਿਬੜਿਆਂ ਤੇ ਬੜਿਆਂ ਨੂੰ ਵੀ। ਉਹ ਇਹ ਨਹੀਂ ਦੇਖਦੇ ਵੀ ਸਾਡਾ ਮਨ ਬੇਸ਼ੱਕ ਕਾਂ ਦੇ ਨਿਆਈ ਹੋ ਗਿਆ, ਕਾਲਾ ਹੋ ਗਿਆ, ਉਹ ਫਿਰ ਵੀ, ਕਿਉਂਕਿ ਉਹੀਓ ਗੁਣ ਜਿਹੜਾ ਮਾਲਕ ਦੇ ਵਿੱਚ ਹੈ, ਉਹੀਓ ਸੰਤਾਂ ਸਾਧੂਆਂ 'ਚ ਹੁੰਦਾ, ਹਰੀ ਦੇ ਜਨਾਂ 'ਚ ਹੁੰਦਾ। ਜਾਣੀ ਦੀ ਆਪਣੇ ਤੇ ਮਾਲਕ ਦੇ ਵਿੱਚ ਫਿਰ ਕੋਈ ਫਰਕ ਨਹੀਂ ਰਹੇਗਾ, ਜਦੋਂ ਅਸੀਂ ਗੁਰਬਾਣੀ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਾਂਗੇ। ਜਦੋਂ ਆਪਾਂ ਸਿਮਰਨ ਅਭਿਆਸ ਕਰਾਂਗੇ, ਆਪਣੇ ਆਪੇ ਦੀ ਪਹਿਚਾਣ ਕਰ ਲਾਂਗੇ, ਫਿਰ ਸਾਡੇ ਤੇ ਮਾਲਕ 'ਚ ਕੋਈ ਫਰਕ ਨਹੀਂ ਰਹਿਣਾ। ਮਹਾਰਾਜ ਤਾਂਹੀਓ ਕਹਿੰਦੇ, ਨਾਨਕ ਗੁਰਮੁਖ ਆਪ ਪਛਾਣੇ, ਪ੍ਰਭ ਜੈਸੇ ਅਵਨਾਸੀ। ਹੁਣ ਇਸ ਵਾਸਤੇ ਫਿਰ ਇਹ ਸਾਧ ਸੰਗਤ ਦੀ ਵਡਿਆਈ ਦੱਸੀ ਆਪਾਂ ਨੂੰ। ਬਈ ਸਾਧ ਸੰਗਤ ਦੇ ਵਿੱਚ ਆ ਕੇ ਸਾਡਾ ਮਨ ਧੋਤਾ ਜਾਂਦਾ, ਸਾਡੇ ਮਨ ਤੋਂ ਮੈਲ ਉਤਰ ਜਾਂਦੀ, ਜਨਮਾਂ ਜਨਮਾਂ ਦੀ ਮੈਲ ਉਤਰ ਜਾਂਦੀ। ਫਿਰ ਸਾਨੂੰ ਸਮਝਾਉਂਦੇ ਵੀ ਕਿਵੇਂ ਅਸੀਂ ਇਹ ਹਾਲਤ, ਇਸ ਲੋਕ ਦੇ ਵਿੱਚ ਵੀ ਸੁਖੀ ਰਹਿਣਾ, ਕਿਵੇਂ ਸਾਡਾ ਪਲਤ ਵੀ ਸਵਾਰਿਆ ਜਾਣਾ, ਪਰਲੋਕ ਵੀ, ਕਿਵੇਂ ਅਸੀਂ ਸਦਾ ਸੁਖੀ ਰਹਿਣਾ। ਤੇ ਸਾਡੇ ਜਿਹੜੇ ਚਿਰਾਂ ਦੇ ਕੀਤੇ ਹੋਏ ਪਾਪ, ਇਸ ਜਨਮ ਦੇ ਨਹੀਂ, ਪਿਛਲੇ ਕਰੋੜਾਂ ਜਨਮਾਂ ਦੇ, ਉਹ ਵੀ ਸਾਰੇ ਸਾਧ ਸੰਗਤ ਕਰਕੇ ਉਹ ਮਿਟ ਜਾਂਦੇ ਨੇ, ਸਾਡਾ ਮਨ ਧੋਤਾ ਜਾਂਦਾ। ਮਹਾਰਾਜ ਇਸ ਲਈ ਫਰਮਾਉਂਦੇ, ਹਲਤ ਸੁਖ ਪਲਤ ਸੁਖ ਸਰਬ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਮਿਟੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੂਆ ਜੀਜੇ। ਬਈ ਸਾਡੇ ਚਿਰਾਂ ਦੇ ਕੀਤੇ ਹੋਏ ਪਾਪ ਉਹ ਸਾਰੇ ਖੰਡਨ ਹੋ ਜਾਂਦੇ। ਤਾਂ ਫਿਰ ਕਹਿੰਦੇ ਵੀ ਜਦੋਂ ਸਾਡੇ ਬਹੁਤ ਵੱਡੇ ਭਾਗ ਹੋਣ, ਫਿਰ ਸਾਨੂੰ ਇਹ ਸਾਧ ਸੰਗਤ ਪ੍ਰਾਪਤ ਹੁੰਦੀ। ਇਹੋ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਵੀ ਪਹਿਲਾਂ ਅਸੀਂ ਕਰੋੜਾਂ ਜਨਮਾਂ ਦੇ ਵਿੱਚ ਦੀ ਸਾਡਾ ਮਨ ਇਹ ਭਰਮ ਦਾ ਆ ਰਿਹਾ ਜੂਨਾਂ ਦੇ ਵਿੱਚ ਦੀ। ਹੁਣ ਸਾਨੂੰ ਮਾਨਸ ਦੇਹੀ ਮਿਲੀ, ਤੇ ਹੁਣ ਵੱਡੇ ਭਾਗਾਂ ਦੇ ਨਾਲ ਸਾਨੂੰ ਇਹ ਸਾਧ ਸੰਗਤ ਪ੍ਰਾਪਤ ਹੋ ਗਈ। ਮਹਾਰਾਜ ਫਰਮਾਉਂਦੇ, ਕੋਟ ਜਨਮ ਭਰਮ ਆਇਓ, ਵੱਡੇ ਭਾਗ ਸਾਧ ਸੰਗ ਪਾਇਓ। ਇਹ ਵੱਡੇ ਭਾਗਾਂ ਦੀ ਨਿਸ਼ਾਨੀ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਹੁਣ ਸਾਡੇ ਤੇ ਮਾਲਕ ਨੇ ਕਿਰਪਾ ਕੀਤੀ, ਸਾਧ ਸੰਗਤ ਮਿਲਾਈ,
ਹੁਣ ਆਪਾਂ ਮਾਲਕ ਦਾ ਸ਼ੁਕਰਾਨਾ ਕਰਨਾ, ਵੱਧ ਤੋਂ ਵੱਧ ਹੁਣ ਅਸੀਂ ਇਹ ਸਿਮਰਨ ਕਰਨਾ। ਜਿੰਨਾ ਆਪਾਂ ਸਿਮਰਨ ਕਰਾਂਗੇ ਉਨਾ ਹੀ ਸਾਨੂੰ ਲਾਹਾ, ਉਨਾ ਹੀ ਸਾਨੂੰ ਲਾਭ। ਮਹਾਰਾਜ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ, ਸਦਾ ਸਦਾ ਸਿਮਰ ਦਿਨ ਰਾਤ, ਉਠਤ ਬੈਠਤ ਸਾਸ ਗਿਰਾਸ। ਜਿੰਨਾ ਅਸੀਂ ਸਿਮਰਨ ਕਰਕੇ ਅੰਤਰਮੁਖੀ ਹੋਵਾਂਗੇ, ਸਾਡਾ ਮਨ ਸਹਿਜ ਵਿੱਚ ਜਾਏਗਾ, ਉਨਾ ਹੀ ਸਾਨੂੰ ਸਾਡੇ ਅੰਦਰ ਦਾ ਭੇਦ ਆਉਂਦਾ ਜਾਏਗਾ, ਉਨਾ ਹੀ ਸਾਨੂੰ ਜੋ ਗੁਰਬਾਣੀ ਗੁਰੂ ਸਾਨੂੰ ਉਪਦੇਸ਼ ਦੇ ਰਹੇ, ਸਾਨੂੰ ਬ੍ਰਹਮ ਦਾ ਗਿਆਨ ਦੇ ਰਹੇ, ਜਿੰਨਾ ਅਸੀਂ ਸਹਿਜ ਵਿੱਚ ਜਾਵਾਂਗੇ ਉਨਾ ਹੀ ਸਾਨੂੰ ਗਿਆਨ ਹੁੰਦਾ ਜਾਏਗਾ, ਉਨਾ ਹੀ ਭੇਦ ਖੁੱਲ੍ਹਦਾ ਜਾਏਗਾ। ਮਾਲਕ ਕਿਰਪਾ ਕਰਦੇ ਜਾਣਗੇ। ਆਓ ਹੁਣ ਕਿਵੇਂ ਸਾਡੇ ਮਨ ਨੇ ਸਹਿਜ ਵਿੱਚ ਜਾਣਾ, ਉਹਦੇ ਵਾਸਤੇ ਫਿਰ ਇਹ ਆਪਾਂ ਨੂੰ ਸਿਮਰਨ ਅਭਿਆਸ ਦੱਸਦੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਜਦੋਂ ਆਪਾਂ ਮੁੱਖ ਦੁਆਰਾ ਇਹ ਵਾਹਿਗੁਰੂ ਬੋਲਦੇ ਹਾਂ, ਕੰਨਾਂ ਦੁਆਰਾ ਆਪ ਸੁਣਦੇ ਹਾਂ, ਇਹਦੇ ਨਾਲ ਸਾਡੇ ਮਨ ਤੋਂ ਮੈਲ ਉਤਰਦੀ। ਮਹਾਰਾਜ ਫਰਮਾਉਂਦੇ ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲਤ ਸਭ ਪਾਪ ਲੈ ਜਾਈ। ਵੀ ਗੁਰਸਿੱਖੋ ਬੋਲੋ, ਕੀ ਬੋਲੀਏ? ਹਰ ਹਰ ਕਹਿੰਦੇ ਵਾਹਿਗੁਰੂ ਨੂੰ, ਵੀ ਵਾਹਿਗੁਰੂ ਬੋਲੋ। ਜਦੋਂ ਬੋਲੋਗੇ ਮਨ ਤੋਂ ਪਾਪਾਂ ਦੀ ਮੈਲ ਲੈ ਜਾਏਗੀ। ਹੁਣ ਇਹ ਆਪਾਂ ਬੋਲਦੇ ਰਹਿਣਾ। ਸੰਸਾਰ ਦਾ ਓਨਾ ਕੁ ਬੋਲਣਾ ਜਿੰਨਾ ਕੁ ਸਰਦਾ ਨਹੀਂ। ਸੰਸਾਰ ਦੀ ਗੱਲ ਇੱਕ ਵਾਰ ਆਪਾਂ ਆਪਦੇ ਘਰ ਚਲੇ ਜਾਈਏ, ਮਾਲਕ ਨਾਲ ਮਿਲਾਪ ਕਰ ਲਈਏ, ਫਿਰ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਏ, ਫਿਰ ਨਹੀਂ ਰੋਕਦੇ ਆਪਾਂ ਨੂੰ। ਬੋਲੀ ਚਲੋ ਜਿੰਨਾ ਬੋਲਣਾ। ਪਰ ਜਦ ਤੱਕ ਅਸੀਂ ਹਜੇ ਘਰ ਨਹੀਂ ਜਾਂਦੇ, ਮਾਲਕ ਨਾਲ ਮਿਲਾਪ ਨਹੀਂ ਕਰ ਲੈਂਦੇ, ਉਹਨਾਂ ਸਮਾਂ ਕਹਿੰਦੇ ਵੀ ਓਨਾ ਕੁ ਬੋਲੋ ਜਿੰਨੀ ਕੁ ਲੋੜ ਹੈ। ਸੰਸਾਰ ਦੀਆਂ ਗੱਲਾਂ ਬਹੁਤੀਆਂ ਨਾ ਕਰੋ ਜਿਹਦਾ ਕੋਈ ਮਤਲਬ ਨਹੀਂ। ਵੱਧ ਤੋਂ ਵੱਧ ਆਪਦਾ ਸਿਮਰਨ ਕਰੋ ਅਤੇ ਸ਼ਬਦ ਦੀ ਵਿਚਾਰ ਕਰੋ। ਗੁਰਬਾਣੀ ਗੁਰੂ ਦੀ ਵਿਚਾਰ ਅਸੀਂ ਦਿਨ ਰਾਤ ਕਰਦੇ ਰਹੀਏ, ਸਾਨੂੰ ਨਹੀਂ ਰੋਕਦੀ, ਸਾਨੂੰ ਉਨਾ ਹੀ ਲਾਹਾ। ਸੋ ਇਸ ਲਈ ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਕੰਮ ਕਾਰ ਕਰਦੇ ਸਿਮਰਨ ਜਾਰੀ ਰੱਖਣਾ ਹੁੰਦਾ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ ਵਿਚਾਰਨਾ ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ, ਅਤੇ ਵੱਧ ਤੋਂ ਵੱਧ ਆਪਾਂ ਸਤਸੰਗਤ ਕਰਨੀ ਹੁੰਦੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਗੁਰਮੁਖ ਜਨਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਆਪਾਂ ਰੋਜ਼ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ, ਆਪਾਂ ਨੂੰ ਵੀ ਸੋਝੀ ਹੋ ਜੇ ਅਤੇ ਆਪਾਂ ਵੀ ਆਪਦੇ ਜੀਵਨ ਦਾ ਲਾਹਾ ਖੱਟ ਕੇ ਇੱਥੋਂ ਖੁਸ਼ੀ ਖੁਸ਼ੀ ਆਪਦੇ ਘਰ ਜਾਈਏ ਅਤੇ ਜਿੱਤ ਕੇ ਜਾਈਏ। ਜਿਹੜਾ ਜਿੱਤ ਕੇ ਜਾਂਦਾ ਉਹ ਤਾਂ ਫਿਰ ਖੁਸ਼ੀ ਮਨਾਉਂਦਾ ਹੀ ਹੈ, ਜਿਹੜਾ ਹਾਰ ਜਾਂਦਾ ਉਹ ਦੁਖੀ ਹੁੰਦਾ, ਉਹਨੂੰ ਰੋਣਾ ਪੈਂਦਾ। ਸੋ ਇਸ ਵਾਸਤੇ ਹੁਣ ਇਹ ਆਪਾਂ ਖੇਲ ਨੂੰ ਚੰਗੀ ਤਰ੍ਹਾਂ ਸਮਝ ਕੇ ਤੈਨੂੰ ਜਿੱਤਣਾ ਹੁੰਦਾ, ਅਤੇ ਉਹਦੇ ਵਾਸਤੇ ਫਿਰ ਇਹ ਸਤਸੰਗਤ ਹੈ ਵੀ ਤਾਂ ਕਿ ਸਾਨੂੰ ਖੇਲ ਦੀ ਚੰਗੀ ਤਰ੍ਹਾਂ ਸਮਝ ਆ ਜੇ ਵੀ ਕਿਵੇਂ ਅਸੀਂ ਹਾਰਦੇ ਹਾਂ ਅਤੇ ਹੁਣ ਅਸੀਂ ਕਿਵੇਂ ਜਿੱਤਣਾ ਹੈ। ਸੋ ਇਸ ਵਾਸਤੇ ਫਿਰ ਆਪਾਂ ਵੱਧ ਤੋਂ ਵੱਧ ਸੰਗਤ ਕਰਨੀ। ਸੋ ਇੰਨੀਆਂ ਬੇਨਤੀਆਂ ਨੇ। ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿ